ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਜੋ ਭਾਈ ਸ਼ਾਮ ਦੇ ਸਮੇਂ ਦੀਆਂ ਆਪਾਂ ਨੂੰ ਸਤਸੰਗ ਘੜੀਆਂ ਪ੍ਰਾਪਤ ਹਨ। ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਸ਼ਾਮ ਦਾ ਸਮਾਂ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ। ਜਿਸ ਤਰ੍ਹਾਂ ਜੋ ਮਰਜ਼ਾਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਗੁਰਬਾਣੀ ਦੀ ਲੜੀਵਾਰ ਕਥਾ ਦੀ ਗੁਰੂ ਘਰ ਦੀ ਮਰਜ਼ਾਦਾ ਤੇ ਸ਼ਾਮ ਦੇ ਸਮੇਂ ਜਿੱਥੇ ਜਿੱਥੇ ਵੀ ਆਪਾਂ ਦੇਖਦੇ ਹਾਂ ਜੋ ਮਹਾਨ ਗੁਰੂ ਕੇ ਸਥਾਨ ਨੇ, ਉੱਥੇ ਉੱਥੇ ਗੁਰਮੁਖੋ ਸ਼ਾਮ ਦੇ ਸਮੇਂ ਗੁਰੂ ਇਤਿਹਾਸ ਦੀ ਜਿਹੜੀ ਕਥਾ ਹੈ ਉਹ ਹੁੰਦੀ ਹੈ। ਤੇ ਲਗਭਗ ਗੁਰੂ ਦਾ ਜਿਹੜਾ ਇਤਿਹਾਸ ਹੈ ਉਹ ਕਵੀ ਰਾਜ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਨਾਨਕ ਪ੍ਰਕਾਸ਼ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਮ ਆਪਾਂ ਸਰਵਣ ਕਰਦੇ ਹਾਂ। ਇਹ ਤੋਂ ਇਲਾਵਾ ਜੋ ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਦੁਆਰਾ ਰਚਿਤ ਜੋ ਪ੍ਰਾਚੀਨ ਪੰਥ ਪ੍ਰਕਾਸ਼ ਉਸ ਦੀ ਕਥਾ ਵੀ ਕਿਤੇ ਕਿਤੇ ਹੁੰਦੀ ਹੈ। ਇਸ ਤੋਂ ਇਲਾਵਾ ਬਹੁਤੀ ਹੋਰ ਨਹੀਂ। ਗੁਰੂ ਸਾਹਿਬ ਦੀ ਕਿਰਪਾ ਹੋਈ ਆਪਾਂ ਪਹਿਲਾਂ ਜੋ ਭਾਈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਜੋ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸਾਹਿਬ ਮਹਾਕਵੀ
ਚੂੜਾਮਣੀ ਦਾ ਜਿਨ੍ਹਾਂ ਨੂੰ ਖਿਤਾਬ ਮਿਲਿਆ, ਚੂੜਾਮਣੀ ਕਵੀ ਦਾ ਭਾਈ ਸੰਤੋਖ ਸਿੰਘ ਜੀ, ਉਹਨਾਂ ਦੁਆਰਾ ਜੋ ਇਹ ਰਚਿਤ ਗ੍ਰੰਥ ਹੈ, ਉਸ ਦੀ ਜੋ ਲੜੀਵਾਰ ਆਪਾਂ ਕਥਾ ਇੱਥੇ ਗੁਰੂ ਘਰ ਦੇ ਵਿੱਚ ਕੀਤੀ, ਸੰਗਤਾਂ ਨੇ ਸਰਵਣ ਕੀਤੀ, ਉਹ ਸਾਰੀ ਕਥਾ ਜਿਹੜੀ ਹੈ ਉਹ ਰਿਕਾਰਡ ਵੀ ਹੋਈ। ਫਿਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਜੋ ਭਾਈ ਰਤਨ ਸਿੰਘ ਜੀ ਭੰਗੂ, ਉਹਨਾਂ ਦੁਆਰਾ ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਕਹਿੰਦੇ ਆ, ਉਸ ਦੀ ਕਥਾ ਹੋਈ, ਜੋ ਸਾਰੀ ਸੰਗਤਾਂ ਨੇ ਸਰਵਣ ਕੀਤੀ, ਉਹ ਵੀ ਰਿਕਾਰਡ ਹੋਈ। ਫਿਰ ਗੁਰਮੁਖੋ ਮਹਾਰਾਜ ਦੀ ਕਿਰਪਾ, ਗੁਰਮੁਖਾਂ ਦਾ ਸੁਝਾਅ ਸੀ ਕਿ ਗਿਆਨੀ ਗਿਆਨ ਸਿੰਘ ਜੀ ਨੇ ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਲਿਖਿਆ, ਜਿਹਨੂੰ ਨਵੀਨ ਪੰਥ ਪ੍ਰਕਾਸ਼ ਕਿਹਾ ਜਾਂਦਾ ਹੈ, ਇਹ ਉਸ ਦੀ ਕਥਾ ਜਿਹੜੀ ਹੈ ਲੜੀਵਾਰ ਹੋਈ ਨਹੀਂ। ਉਹਦੀਆਂ ਐਡੀਸ਼ਨਾਂ ਨੇ 3, ਅੰਮ੍ਰਿਤਸਰ, ਲਾਹੌਰ ਤੇ ਦਿੱਲੀ। ਆਪਾਂ 2 ਐਡੀਸ਼ਨਾਂ, ਇੱਕ ਤਾਂ ਜੋ ਭਾਸ਼ਾ ਵਿਭਾਗ ਨੇ ਛਾਪੀ ਹੋਈ ਹੈ ਤੇ ਇੱਕ ਹੋਰ ਐਡੀਸ਼ਨ ਸੀ। ਇਉਂ 2 ਨੂੰ ਥੋੜਾ ਜਿਹਾ ਰਲਾ ਕੇ ਕੋਸ਼ਿਸ਼ ਕੀਤੀ। ਉਹ ਕਥਾ ਜਿਹੜੀ ਹੈ ਉਹ ਗੁਰਮੁਖੋ ਸਾਰੀ ਕਥਾ ਸੰਪੂਰਨ ਪਿਛਲੇ ਦਿਨੀ ਹੋਈ ਹੈ, ਜਿਹੜੀ ਲਗਭਗ 488 ਦਿਨ ਦੀ ਕਥਾ ਹੋ ਗਈ, ਕਿਉਂਕਿ ਵਿੱਚ ਦੀ ਕੋਈ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਜਾਂਦੇ ਆ ਜਾਂ ਵਿਦੇਸ਼ ਜਾਣ ਕਰਕੇ ਸਮਾਂ ਤਾਂ ਲੱਗਿਆ ਜ਼ਿਆਦਾ ਉਹਨੂੰ, ਪਰ ਜਿਹੜੀ ਰਿਕਾਰਡਿੰਗ ਹੈ ਉਹ 488 ਦਿਨ ਦੀ ਹੈ। ਤੇ ਫਿਰ ਹੁਣ ਇਹ ਵਿਚਾਰ ਸੀ ਕਿ ਹੋਰ ਆਪਾਂ ਕੋਈ ਨਵੇਂ ਗ੍ਰੰਥ ਦੀ ਕਥਾ, ਤੇ ਗੁਰੂ ਮਹਾਰਾਜ ਦੀ ਮਿਹਰ ਸਦਕਾ ਇੱਕ ਗ੍ਰੰਥ ਹੈ ਜੋ ਬਹੁਤਿਆਂ ਨੂੰ ਇਸ ਗ੍ਰੰਥ ਬਾਰੇ ਵੈਸੇ ਜਾਣਕਾਰੀ ਨਹੀਂ ਹੈ। ਇਹ ਗ੍ਰੰਥ ਹੈ ਸ੍ਰੀ ਗੁਰਪੁਰਬ ਪ੍ਰਕਾਸ਼। ਇਸ ਗ੍ਰੰਥ ਦੀ ਹੁਣ ਗ੍ਰੰਥ ਕਿਵੇਂ ਹੈ, ਕਿਹਨੇ ਲਿਖਿਆ ਹੈ, ਉਹ ਸਾਰੀ ਗੱਲ ਵਿੱਚ ਆ ਜਾਣੀ ਹੈ। ਇਹਦੀ ਗੁਰਮੁਖੋ ਆਪਾਂ ਜਿਹੜੀ ਕਥਾ ਹੈ ਉਹ ਸਾਰੀ ਪਹਿਲਾਂ ਭੂਮਿਕਾ ਕਿਵੇਂ ਲਿਖੀ ਕਵੀ ਨੇ, ਤੇ ਉਹ ਸਾਰੀ ਗੱਲ ਇਹਦੇ ਜਿਹੜੇ ਲਿਖਾਰੀ ਨੇ ਉਹ ਹਨ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ। ਇਹ ਕੌਣ ਨੇ, ਇਹ ਆਪਣੇ ਬਾਰੇ ਦੱਸਣਗੇ, ਤੇ ਉਹ ਆਪਾਂ ਭਾਈ ਅੱਜ ਇਸ ਗ੍ਰੰਥ ਦੀ ਕਥਾ ਆਰੰਭ ਕਰਨ ਲੱਗੇ ਆਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ। ਤੋ ਇਹ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਦੁਆਰਾ ਰਚਿਤ ਇਹ ਗ੍ਰੰਥ ਹੈ। ਇਹਦੀ ਜੋ ਕਥਾ ਹੈ, ਮਹਾਰਾਜ ਮਿਹਰ ਕਰਨ, ਅਰਦਾਸ ਬੇਨਤੀ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਅੱਗੇ ਸਨਿਮਰ ਬੇਨਤੀ ਕਿ ਮਹਾਰਾਜ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਇਹ ਕਥਾ ਕਰਵਾ ਲੈਣ, ਸਰੋਤਿਆਂ ਸਿਰ ਵੀ ਮਿਹਰ ਭਰਿਆ ਹੱਥ ਰੱਖਣ, ਜੋ ਭਾਈ ਇਹ ਕਥਾ ਮਹਾਰਾਜ ਸਰਵਣ ਕਰਨ ਦੇ ਗੁਣ ਬਖਸ਼ਿਸ਼ ਕਰਨ, ਵਕਤੇ ਔਰ ਸਰੋਤੇ ਦੇ ਗੁਣ ਇਹ ਆਪਣੇ ਵਿੱਚ ਪੈਦਾ ਹੋਣ। ਤੋ ਆਓ ਪ੍ਰੇਮ ਨਾਲ ਉਚਾਰਨ ਅੱਗੇ ਆਪਾਂ ਕਥਾ ਸ਼ੁਰੂ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲਾਂ ਵਸਤੂ ਨਿਰਦੇਸ਼ਕ ਮੰਗਲ, ਭੂਮਿਕਾ ਤੋਂ ਪਹਿਲਾਂ, ਫਿਰ ਗ੍ਰੰਥ ਦੀ ਸ਼ੁਰੂਆਤ ਤੋਂ ਪਹਿਲਾਂ ਮੰਗਲ ਗਿਆਨੀ ਜੀ ਕਰਨਗੇ। ਸੰਤ ਰੇਣ ਜੀ। ਇੱਕ ਓੰਕਾਰ, ਇੱਕ ਜੋ ਅਦਵੈਤ ਸਰੂਪ ਅਦੁੱਤੀ ਬ੍ਰਹਮ ਪਰਮੇਸ਼ਰ ਓੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ, ਸਤ ਜੋ ਸਤ ਸਰੂਪ ਹੈ, ਜਿਹਦਾ ਨਾਸ਼ ਨਹੀਂ ਹੁੰਦਾ। ਗੁਰ ਜੋ ਗੁਰਮੁਖੋ ਗੁਰ ਦਾ ਭਾਵ ਵੱਡਾ ਵੀ ਹੈ, ਗੁਰ ਜੋ ਗਿਆਨ ਸਰੂਪ ਹੈ,
ਪ੍ਰਸਾਦ ਜੋ ਕਿਰਪਾ ਸਰੂਪ ਹੈ, ਗਿਆਨ ਸਰੂਪ ਕਿਰਪਾ ਕਰਦਾ ਹੈ ਗੁਰ, ਤੇ ਸਤਿਗੁਰ ਪ੍ਰਸਾਦ ਇੱਕ ਓੰਕਾਰ ਜੋ ਪਰਮੇਸ਼ਰ ਹੈ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਵਸਤੂ ਨਿਰਦੇਸ਼ਕ ਮੰਗਲ ਹੈ। ਵਸਤੂ ਨਿਰਦੇਸ਼ਕ ਮੰਗਲ ਉਹਨੂੰ ਕਹਿੰਦੇ ਆ ਜਿਹਦਾ ਮੰਗਲ ਕੀਤਾ ਜਾਵੇ, ਉਹਦੇ ਗੁਣਾਂ ਦਾ ਲਖਾਇਕ, ਜੋ ਜਿਵੇਂ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸਾਰਾ ਵਸਤੂ ਨਿਰਦੇਸ਼ਕ ਮੰਗਲ ਹੈ। ਵਾਹਿਗੁਰੂ ਬ੍ਰਹਮ ਦੇ ਇਹਦੇ ਵਿੱਚ ਗੁਣ ਨੇ ਕਿ ਬ੍ਰਹਮ ਕੈਸਾ ਹੈ, ਜੋ ਇਹ ਜਣਾਵੇ ਉਹਨੂੰ, ਉਸ ਮੰਗਲ ਨੂੰ ਵਸਤੂ ਨਿਰਦੇਸ਼ਕ ਮੰਗਲ ਕਿਹਾ ਜਾਂਦਾ ਹੈ। ਤੇ ਅੱਗੇ ਭੂਮਿਕਾ ਲਿਖਦੇ ਹੋਏ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਧਿਆਉਂਦੇ ਨੇ ਸੰਤਰੇਣ ਜੀ ਕਿ ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੇ ਬਸਾਵਾ, ਤੋ ਪਰਮ ਗੁਰੂ ਨਾਨਕ ਗੁਣ ਗਾਵ। ਇਹ ਗੁਰਮੁਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਵਈਏ ਸ਼ੁਰੂ ਹੁੰਦੇ ਆ ਨਾ, ਉਹ ਜਿਹਨੂੰ ਆਪਾਂ ਭੱਟਾਂ ਦੇ ਸਵਈਏ, ਤੇ ਉੱਥੇ ਜੋ ਗੁਰੂ ਮਹਾਰਾਜ ਨੇ ਸਵਈਏ ਲਿਖੇ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ, ਉਹਦਾ ਪਹਿਲਾ ਸਵਈਆ ਹੈ ਇੱਕ ਮਨ ਪੁਰਖ ਧਿਆਏ ਵਰਦਾਤਾ, ਜੋ ਫਲ ਵਰਦਾਤਾ ਪਰਮੇਸ਼ਰ ਹੈ ਉਹਨੂੰ ਇੱਕ ਮਨ ਹੋ ਕੇ ਉਸ ਅਕਾਲ ਪੁਰਖ ਨੂੰ ਧਿਆਉਣਾ। ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੇ ਬਸਾਵੋ ਹਿਰਦਾ, ਤਉ ਪਰਮ ਗੁਰੂ ਨਾਨਕ ਗੁਣ ਗਾਵ। ਪਰਮ ਗੁਰੂ ਜੋ ਨਾਨਕ, ਸਭ ਤੋਂ ਵੱਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਗੁਣ ਗਾਓ ਨੇ। ਭੂਮਿਕਾ ਵਿੱਚ ਸੰਤਰੇਣ ਜੀ ਨੇ ਜੋ ਲਿਖਿਆ ਹੈ ਕਿ ਸ੍ਰੀ ਅਕਾਲ ਪੁਰਖ ਜੀ ਦੇ, ਸ੍ਰੀ ਦਾ ਅਰਥ ਹੈ ਸ਼੍ਰੋਮਣੀ ਸੁਭਾਏਮਾਨ, ਜੋ ਅਕਾਲ ਪੁਰਖ ਦੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਨੇ, ਜੋ 10 ਅਵਤਾਰ ਧਾਰ ਕੇ ਸੰਸਾਰ ਦੇ ਵਿੱਚ ਸੱਚ ਦਾ ਪ੍ਰਕਾਸ਼ ਕੀਤਾ, ਫਿਰ 10ਵੇਂ ਪਾਤਸ਼ਾਹ ਸਮੇਂ ਖਾਲਸਾ ਪੰਥ ਸਾਜਿਆ, ਔਰ ਸੱਚੇ ਰਸਤੇ ਉੱਤੇ ਚੱਲਣ ਵਾਲੇ ਜਿੰਨੇ ਵੀ ਗੁਰਸਿੱਖ ਹੈ ਉਹਨਾਂ ਨੂੰ 84 ਦੇ ਦੁੱਖਾਂ ਤੋਂ ਛਡਾ ਕੇ ਸ੍ਰੀ ਗੁਰਪੁਰ, ਇਹ ਗ੍ਰੰਥ ਦਾ ਨਾਮ ਵੀ ਹੈ ਸ੍ਰੀ ਗੁਰਪੁਰ ਪ੍ਰਕਾਸ਼, ਇੱਥੇ ਸ੍ਰੀ ਗੁਰਪੁਰ ਭਾਵ ਸ੍ਰੀ ਗੁਰਪੁਰੀ ਜੀਵਨ ਮੁਕਤੀ ਤੇ ਉਸ ਤੋਂ ਵੀ ਵੱਧ ਪ੍ਰੇਮਾ ਭਗਤੀ ਦੇ ਸੁੱਖ ਭੁਗਾਏ ਨੇ। ਸੰਤਰੇਣ ਜੀ ਲਿਖਦੇ ਆ ਭਾਈ ਕਿ ਸੰਸਾਰ ਦੇ ਵਿੱਚ ਹਰ ਇੱਕ ਪੰਥ ਦੀ ਜਿਹੜੀ ਬੁਨਿਆਦ ਹੈ ਉਹ ਸੱਚਾ ਤੇ ਪੂਰਨ ਇਤਿਹਾਸ ਹੀ ਹੁੰਦਾ। ਜਿਹੜਾ ਉਹ ਬੁਨਿਆਦ ਸੱਚਾ ਔਰ ਸੰਪੂਰਨ ਇਤਿਹਾਸ, ਇਹ ਹਰੇਕ ਪੰਥ ਦੀ ਬੁਨਿਆਦ ਸਮਝਿਆ ਜਾਂਦਾ ਹੈ। ਤੇ ਸਾਨੂੰ ਜਿਹੜਾ ਮੁੱਖ ਰੂਪ ਹੈ ਗੁਰੂ ਮਹਾਰਾਜ ਨੇ ਜਿਹੜਾ ਹੈ ਉਹ ਪੰਥ ਦੀ ਟੇਕ ਜਿਹੜੀ ਹੈ ਅਕਾਲੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖੀ ਹੈ। ਆਪਣੇ ਧਰਮ, ਆਪਣਾ ਆਦਰਸ਼ ਔਰ ਪੰਥ ਨੂੰ ਇਤਿਹਾਸ ਤੇ, ਕੇਵਲ ਇਤਿਹਾਸ ਤੇ ਹੀ ਨਹੀਂ ਟਿਕਾਇਆ, ਪਰ ਨਾਲ ਇਹ ਵੀ ਹੈ ਸੰਤਰੇਣ ਜੀ ਲਿਖਦੇ ਨੇ ਕਿ ਜਿਵੇਂ ਗੁਰਬਾਣੀ ਦਾ ਬਚਨ ਹੈ, छैल ਲੰਘੰਦੇ ਪਾਰ ਗੋਰੀ ਮਨ ਧੀਰਿਆ, ਵੀ ਇਹਦੇ ਅਸੂਲਾਂ ਮੁਤਾਬਕ ਜੋ ਗੁਰਸਿੱਖੀ ਦਾ ਪੰਥ, ਗੁਰਸਿੱਖੀ ਦਾ ਰਸਤਾ ਹੈ ਨਾ, ਇਹਦੇ ਵਿੱਚ ਇਤਿਹਾਸ ਰੂਪੀ ਚਿਰਾਗ ਦੇ ਚਾਨਣ ਦੀ ਜਿਹੜੀ ਲੋੜ ਹੈ, ਇਹਨੂੰ ਕਦੇ ਵੀ ਬਿਲੋੜਾ ਨਹੀਂ ਕਿਹਾ ਜਾ ਸਕਦਾ। ਇਹ ਨਹੀਂ ਕਹਿ ਸਕਦਾ ਵੀ ਜਿਵੇਂ ਹੁਣ ਕੁਝ ਪ੍ਰਚਾਰਕ ਕਹਿੰਦੇ ਇਤਿਹਾਸ ਦੀ ਕੋਈ ਲੋੜ ਨਹੀਂ ਜੀ। ਇਹ ਇਤਿਹਾਸ ਬਿਲੋੜੀ ਚੀਜ਼ ਨਹੀਂ ਹੈ। ਇਤਿਹਾਸ ਤਾਂ ਸੰਤਰੇਣ ਜੀ ਲਿਖਦੇ ਆ ਭਾਈ ਕਿ ਐਸੇ ਚਿਰਾਗ ਦਾ ਕੰਮ ਦਿੰਦਾ ਹੈ, ਪਰ ਉਹ ਹੈ ਕਿ ਉਹ ਸੱਚਾ ਹੋਵੇ ਤੇ ਨਿਰੋਲ ਹੋਵੇ। ਕਿਉਂਕਿ ਜਿਹੜੀ ਅਕਾਲੀ ਇਹ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਅਗਰ ਇਤਿਹਾਸ ਪੜਾਂਗੇ ਫੇਰ ਹੀ ਇਹਨੂੰ ਬਾਣੀ ਨੂੰ ਸਮਝਣੇ ਤੋਂ ਸੁੱਖ ਲੈਣ ਵਾਸਤੇ ਇਤਿਹਾਸ ਜਿਹੜਾ ਹੈ ਨਾ
ਉਹ ਇੱਕ ਤਰ੍ਹਾਂ ਨਾਲ ਪੂਰਨੇ ਦਾ ਕੰਮ ਦਿੰਦਾ, ਜਿਵੇਂ ਬੱਚੇ ਨੂੰ ਮਾਸਟਰ ਟੀਚਰ ਪੂਰਨੇ ਪਾ ਦਿੰਦਾ ਸੀ ਫੱਟੀ ਤੇ, ਉਹਦੇ ਉੱਪਰ ਉੱਪਰ ਫਿਰ ਉਹ ਲਿਖ ਦਿੰਦੇ ਸੀ। ਇਹ ਇਤਿਹਾਸ ਜਿਹੜਾ ਹੈ ਇਹ ਗੁਰਬਾਣੀ ਨੂੰ ਸਮਝਣ, ਗੁਰਬਾਣੀ ਤੋਂ ਆਤਮਿਕ ਆਨੰਦ ਲੈਣ ਵਾਸਤੇ ਇਤਿਹਾਸਿਕ ਪੂਰਨ ਹੈ, ਕਿਉਂਕਿ ਇਤਿਹਾਸ ਉਹਨਾਂ ਦਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਕਮਾਇਆ ਜਾਂ ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ। ਇਸ ਕਰਕੇ ਆ ਜਿਹੜੀਆਂ ਫਿਰ ਸਥੂਲ ਸਾਡੀਆਂ ਨਮੂਨਾ ਅੱਖਾਂ ਹੈ, ਇਹਦੇ ਅੱਗੇ ਲਿਆ ਕੇ ਜਿਹੜੇ ਅੰਤਰੀਬ ਸੂਖਮ ਭਾਵ ਨੇ, ਇਤਿਹਾਸ ਉਹਦਾ ਨਕਸ਼ਾ ਬੰਨ੍ਹ ਦਿੰਦਾ ਹੈ ਔਰ ਦਿਲ ਦੇ ਉੱਤੇ ਵੀ ਆਪਣਾ ਨਕਸ਼ ਬਿਠਾ ਦਿੰਦਾ ਹੈ। ਇਸ ਕਰਕੇ ਸੱਚਾ ਇਤਿਹਾਸ ਜਿਹੜਾ ਹੈ ਨਾ, ਉਹ ਇਹ ਜਾਣੋ ਵੀ ਜਿਵੇਂ ਬੁਨਿਆਦੀ ਪੱਥਰ ਹੁੰਦੇ ਉਹਨਾਂ ਵਿੱਚੋਂ ਇੱਕ ਥਾਂ ਮੰਨ ਲੈਂਦਾ ਹੈ। ਇਸ ਕਰਕੇ ਫਿਰ ਇਤਿਹਾਸ ਲਿਖੇ ਗਏ, ਜਿਵੇਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਨੇ ਸੰਮਤ ਸ੍ਰੀ ਗੁਰੂ ਨਾਨਕ ਸ਼ਾਹੀ 71, ਇੱਕ ਤੁਸੀਂ ਇਹ ਦੇਖੋ ਵੀ ਜਿਵੇਂ ਇਹ ਸੰਤਰੇਣ ਕਵੀ ਪ੍ਰੇਮ ਸਿੰਘ ਜੀ ਨੇ ਇਹਦੇ ਵਿੱਚ ਜਿੰਨੀ ਵੀ ਤਰੀਕ ਵਰਤੀ ਹੈ ਨਾ, ਉਹ ਨਾਨਕ ਸ਼ਾਹੀ ਵਰਤੀ ਹੈ। ਨਾਨਕ ਸ਼ਾਹੀ ਹੁਣ ਤਾਂ ਜਿਵੇਂ ਉਹ ਪੁਰੇਵਾਲ ਨੇ ਬਣਾਇਆ, ਉਹ ਕਹਿੰਦੇ ਵੀ ਨਾਨਕ ਸ਼ਾਹੀ ਕੈਲੰਡਰ ਮੈਂ ਹੀ ਬਣਾਇਆ, ਤੇ ਉਹ ਲਿਖਦੇ ਪਤਾ ਨੂੰ ਕਿ ਮੂਲ ਨਾਨਕ ਸ਼ਾਹੀ। ਇਹ ਤਾਂ ਹੁਣ 2003 ਦੇ ਇੱਥੇ ਕੋਈ ਨੇ ਸ਼ੁਰੂ ਕੀਤਾ, ਬਣਾ ਲਿਆ ਆਪਦਾ। ਉਹ ਤਾਂ ਅਸਲ ਵਿੱਚ ਉਹਨੇ ਤਾਂ ਬਣਾਇਆ ਸਾਕਾ ਕੈਲੰਡਰ, ਇੱਕ ਸਰਕਾਰ ਨੇ ਕੈਲੰਡਰ ਬਣਾਇਆ ਸੀ ਸਾਡੇ ਇਤਿਹਾਸ ਨੂੰ ਦੇ ਵਿੱਚ ਰਲਾ ਪਾਉਣ ਲਈ। ਪੁਰਾਤਨ ਸਮੇਂ ਉਹਨੂੰ ਸਾਕਾ ਕੈਲੰਡਰ ਕਿਹਾ ਜਾਂਦਾ ਹੈ। ਜਿਹੜੇ ਕੈਲੰਡਰਾਂ ਬਾਰੇ ਮਾੜਾ ਮੋਟਾ ਜਾਣਦੇ ਆ ਉਹਨਾਂ ਨੂੰ ਪਤਾ ਹੈ। ਉਹ ਫਿਰ ਕੀ ਹੋਇਆ ਵੀ ਸਰਕਾਰ ਦੀ ਉਦੋਂ ਚਾਲ ਚੱਲੀ ਨਾ, ਉਹ ਜਿਹੜਾ ਸੀ ਪ੍ਰਚਲਿਤ ਨਾ ਹੋਇਆ, ਤੇ ਫਿਰ ਸਮਾਂ ਲੰਘਦਾ ਗਿਆ। ਉਹ ਪਹਿਲੀਆਂ ਡੇਟਾਂ ਜਿਵੇਂ ਬਿਕਰਮੀ ਸੰਮਤੀ ਚੱਲੀ ਗਿਆ ਤੇ ਫਿਰ ਈਸਵੀ ਸੰਮਤ, ਸਾਕਾ ਕੈਲੰਡਰ ਜਿਹੜਾ ਵਿੱਚ ਬਣਾਇਆ ਜੋ ਨਾਂ ਚੱਲਿਆ ਹੌਲੀ ਹੌਲੀ, ਇਹ ਸਰਕਾਰੀ ਏਜੰਸੀਆਂ ਨੇ ਫਿਰ ਇਹ ਬੰਦੇ ਇਹੋ ਜਿਹੇ ਖੜੇ ਕਰਤੇ। ਉਹ ਕਹਿੰਦੇ ਜੀ ਵੀ ਨਾਨਕ ਸ਼ਾਹੀ ਕੈਲੰਡਰ ਅਸੀਂ ਬਣਾਉਣੇ ਆ। ਹੁਣ ਉਹ ਅਸਲ ਵਿੱਚ ਉਹ ਸਾਕਾ ਕੈਲੰਡਰ ਐਨ ਬਿਨ ਉਹਨੂੰ ਹੀ ਨਾਨਕ ਸ਼ਾਹੀ ਕੈਲੰਡਰ ਨਾਂ ਰੱਖ ਕੇ ਇਹਨਾਂ ਨੇ ਪ੍ਰਚਾਰਤਾ। ਤੇ ਜਿਨ੍ਹਾਂ ਨੂੰ ਸਾਕੇ ਕੈਲੰਡਰ ਬਾਰੇ ਪਤਾ ਹੈ ਉਹ ਮਿਲਾ ਕੇ ਦੇਖ ਲੈਣ, ਪੁਰੇਵਾਲ ਦਾ ਨਾਨਕ ਸ਼ਾਹੀ ਕੈਲੰਡਰ ਐਨ ਬਿਨ ਸਾਕਾ ਕੈਲੰਡਰ ਦੀ ਨਕਲ ਹੈ। ਤੇ ਜਿਹੜਾ ਅਸਲ ਨਾਨਕ ਸ਼ਾਹੀ ਕੈਲੰਡਰ ਉਹ ਤਾਂ ਪਹਿਲਾਂ ਤੋਂ ਪ੍ਰਚਲਿਤ ਸੀ। ਹੁਣ ਗਿਆਨੀ ਜੀ ਇਸ ਕਵੀ ਪ੍ਰੇਮ ਸਿੰਘ ਜੀ ਨੇ ਇਹ ਜਿਹੜਾ ਗ੍ਰੰਥ ਲਿਖਿਆ ਹੈ, ਇਹ ਗੁਰਮੁਖੋ 100 ਸਾਲ ਪਹਿਲਾਂ ਦੀਆਂ, ਉਸ ਤੋਂ ਵੱਧ ਹੋ ਗਿਆ ਟਾਈਮ ਲਿਖੇ ਨੂੰ। ਸਾਰੀ ਡੇਟ ਦੱਸਣਗੇ ਕਦੋਂ ਲਿਖਿਆ, ਭਾਵ ਕਿ ਇਹਨੂੰ 100 ਲਗਭਗ 10-12 ਸਾਲ ਹੋ ਗਏ ਲਿਖੇ ਨੂੰ। ਉਹ ਡੇਟ ਆ ਜਾਊਗੀ ਕਲੀਅਰ। ਤੇ ਉਦੋਂ ਵੀ ਉਹਨਾਂ ਨੇ ਸਾਰੀਆਂ ਡੇਟਾਂ ਨਾਨਕ ਸ਼ਾਹੀ ਕੈਲੰਡਰ ਦੀਆਂ ਲਿਖੀਆਂ। ਇਹਦਾ ਮਤਲਬ ਨਾਨਕ ਸ਼ਾਹੀ ਕੈਲੰਡਰ ਤਾਂ ਪਹਿਲਾਂ ਹੀ ਉਹ ਸਾਰਾ ਪ੍ਰਚਲਿਤ ਬਣਿਆ ਹੋਇਆ ਸੀ। ਤੇ ਇਹ ਵੀ ਬੇਨਤੀ ਕਰੀਏ, ਨਾਨਕ ਸ਼ਾਹੀ ਕੈਲੰਡਰ ਜਿਹੜਾ ਹੈ ਨਾ, ਫਿਰ ਉਹ ਭਾਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਉਹ ਕਾਤਕ ਸੁਦੀ ਪੂਰਨਮਾਸੀ ਹੈ। ਹੁਣ ਵਿੱਚ ਵਿੱਚ ਕੁਛ ਲੱਗ ਗਏ ਨੇ ਜੀ, 14 ਅਪ੍ਰੈਲ, ਕੋਈ 15, ਕੋਈ ਕੁਛ ਕਹੀ ਜਾਂਦਾ ਹੈ। ਇਹ ਜੀ ਖਾਲਸਾ ਪੰਥ ਦੇ ਪ੍ਰਕਾਸ਼ ਦਿਹਾੜਾ ਕਿ ਮਹਾਰਾਜ ਨੇ ਸਾਜਣਾ ਦਿਵਸ ਖਾਲਸੇ ਪੰਥ ਦਾ ਤਾਂ ਹੀ ਰੱਖਿਆ ਸੀ, ਇਹਦੇ ਗੁਰੂ ਨਾਨਕ ਦੇਵ ਜੀ ਦਾ ਸੀਗਾ। ਉਹ ਕਹਿੰਦੇ ਜੀ ਕਿਤਾਬਾਂ 'ਚ ਲਿਖਿਆ ਹੈ 15 ਅਪ੍ਰੈਲ। ਉਹ ਗੱਲ ਤਾਂ ਉਹ ਸਾਕਾ ਕੈਲੰਡਰ ਵਾਲਿਆਂ ਨੇ ਇਹ ਕੰਮ ਸ਼ੁਰੂ ਕੀਤਾ ਸੀ, ਸਰਕਾਰ ਨੇ ਡੇਟ ਬਦਲੀ। ਤੇ ਇੱਕ ਕਰਮ ਸਿੰਘ ਹੋਇਆ ਹਿਸਟੋਰੀਅਨ, ਸਰਕਾਰੀ ਬੰਦਾ, ਉਹਨੇ ਇੱਕ ਪਿੱਛੇ ਜੇ ਕੁਝ ਸਮਾਂ ਪਹਿਲਾਂ ਇਹ ਕਿਤਾਬ ਲਿਖੀ ਤੇ ਉਹਨੇ ਇਸ ਗੱਲ ਤੇ ਜ਼ੋਰ ਲਾਇਆ। ਉਹ ਸਾਕਾ ਕੈਲੰਡਰ ਦੇ ਰਾਹੀਂ ਉਹਨੇ ਵੀ ਅਸਲ ਵਿੱਚ ਉਹ ਇਹ ਜਿਹੜੀ ਹੈ ਨਾ ਤਰੀਕ ਬਦਲਣ ਦਾ ਕੰਮ, ਇਹ ਮਿਹਰਬਾਨ ਦੀ ਸਾਖੀ ਤੋਂ ਸ਼ੁਰੂ ਹੋਇਆ ਸੀ। ਜਿਹੜੇ ਮਿਹਰਬਾਨ ਵਾਲੇ ਆ, ਜਿਨ੍ਹਾਂ ਨੇ ਮਿਹਰਬਾਨ ਦੀ ਲਿਖੀ ਵੀ ਜਨਮ ਸਾਖੀ ਪੜ੍ਹੀ, ਉਹਨਾਂ ਨੂੰ ਪਤਾ ਉਹਦੇ ਵਿੱਚ ਇਹ ਕੁਝ ਲਿਖਿਆ ਹੈ। ਤੇ ਇਸ ਗੱਲ ਦਾ ਕੋਈ ਅਤ ਕਥਨੀ ਨਹੀਂ, ਭਾਵੇਂ ਮਿਹਰਬਾਨ ਗੁਰੂ ਕੀ ਅੰਸ਼ ਵੰਸ਼ ਹੈ,
ਪਰ ਰਿਹਾ ਤਾਂ ਉਹ ਗੁਰੂ ਘਰ ਦੇ ਅਸੂਲਾਂ ਦੇ ਵਿਰੋਧੀ। ਉਦੋਂ ਬਾਅਦ ਹੀ ਉਹਨਾਂ ਦੇ ਅੰਸ਼ ਬੰਸ ਫਿਰ ਗੁਰੂ ਘਰ ਚ ਆਈ ਹੈ। ਆਪਾਂ ਉਹਨਾਂ ਨੂੰ ਚਲੋ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਘਰ ਵਿੱਚ ਜੰਮੇ ਅੰਸ਼ ਬੰਸ ਹੈ। ਪਰ ਜਿਹੜਾ ਇਤਿਹਾਸਕ ਪੱਖ ਹੈ ਵੀ ਬਾਬੇ ਪ੍ਰਿਥੀ ਚੰਦ ਨੂੰ ਕਿਵੇਂ ਛੇਕਿਆ, ਮੀਣੇ ਕਿਹਾ, ਤੇ ਫਿਰ ਮਿਹਰਬਾਨ ਉਹ ਕਿਵੇਂ ਵਿਰੋਧਤਾ ਕਰਦਾ ਰਿਹਾ, ਉਹਨੇ ਇਹ ਕੋਸ਼ਿਸ਼ ਕੀਤੀ ਸੀ ਬਦਲਣ ਦੀ, ਤੇ ਫਿਰ ਇਹ ਹੌਲੀ ਹੌਲੀ ਚੱਲਿਆ, ਗੱਲ ਤੇ ਪ੍ਰਚਲਿਤ ਨਾ ਹੋਈ। ਫਿਰ ਗੁਰਮੁਖੋ ਜਿਹੜਾ ਇਹ ਤਰੀਕ ਜੀ ਵਿੱਚ ਇਸ ਤਰ੍ਹਾਂ ਆਈ, ਜੇ ਹੁਣ ਆਪਾਂ ਇਹ ਗੱਲ ਸੋਚੀਏ ਨਾ, 1 ਵਿਸਾਖ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਹੈ। 1756 ਬਿਕਰਮੀ 1 ਵਿਸਾਖ। ਤੇ ਜਦੋਂ ਉਸ ਨੂੰ ਆਪਾਂ ਕੱਲ ਵਿਸਾਖੀ ਤੇ ਵੀ ਇਹ ਗੱਲ ਕੀਤੀ ਕਿ ਜਦੋਂ ਜੇ ਆਪਾਂ ਈਸਵੀ ਕੈਲੰਡਰ ਨਾਲ ਮਿਲਾਈਏ ਨਾ, ਉਸ ਸਮੇਂ ਦੇ ਉਹ ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਹੈ, ਉਸ ਦਿਨ ਇੰਗਲੈਂਡ ਦੇ ਵਿੱਚ 29 ਮਾਰਚ ਸੀ। ਉਸ ਦਿਨ ਅਪ੍ਰੈਲ ਨਹੀਂ ਸੀ ਅਜੇ ਸ਼ੁਰੂਆਤ ਹੋਈ। ਇਹ ਤਾਂ ਬਾਅਦ ਵਿੱਚ ਉਹਨਾਂ ਨੇ 1751 ਈਸਵੀ ਦੇ ਵਿੱਚ ਬਦਲਾਅ ਕੀਤਾ ਇਹ ਈਸਵੀ ਕੈਲੰਡਰ ਦੇ ਵਿੱਚ ਵੀ। ਤੇ ਫਿਰ ਉਦੋਂ ਬਾਅਦ ਇਹ 13 ਅਪ੍ਰੈਲ ਆਉਣ ਲੱਗ ਗਈ, ਤੇ 13 ਅਪ੍ਰੈਲ ਨੂੰ ਵਿਸਾਖੀ ਆਉਂਦੀ ਰਹੀ ਬਹੁਤ ਸਾਲ। ਉਹ ਹੁਣ ਮਾੜਾ ਮੋਟਾ ਕੈਲੰਡਰਾਂ ਦੇ ਵਿੱਚ ਫਰਕ ਪੈਂਦਾ, ਹੁਣ ਜ਼ਿਆਦਾਤਰ 14 ਅਪ੍ਰੈਲ ਨੂੰ ਆ ਜਾਂਦੀ ਹੈ। ਇਹ ਲਿਖਣ ਵਾਲੇ ਹੁਣ ਇਹਨਾਂ ਨੇ ਵੀ ਜੇ ਮੰਨ ਲਓ ਤੁਸੀਂ ਉਸ ਹਿਸਾਬ ਨਾਲ ਵੀ ਕਹਿੰਦੇ ਹੋ, ਫਿਰ ਤੁਸੀਂ 29 ਮਾਰਚ ਨੂੰ ਕਿਉਂ ਨਹੀਂ ਕਹਿੰਦੇ? ਅਖੇ ਜੀ ਵੀ ਖਾਲਸਾ ਪੰਥ ਦੀ ਜੇ ਇਸ ਵੀ ਡੇਟਾਂ ਪੱਕੀਆਂ ਕਰਨੀਆਂ ਤਾਂ ਉਸ ਦਿਨ ਤਾਂ ਫਿਰ ਤਰੀਕ ਦਾ ਇਹ ਹੈ ਹੀ ਨਹੀਂ ਸੀ, ਜੇ ਇਹ ਤਰੀਕ ਵੇਖਾਂਗੇ। ਇਸ ਕਰਕੇ 1 ਵਿਸਾਖ ਤੇ ਜੋ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਦਿਹਾੜਾ ਨਾ, ਉਹ ਹੈ ਕੱਤਕ ਸੁਦੀ ਪੂਰਨਮਾਸ਼ੀ। ਇਹਨਾਂ ਨੇ ਕਿਉਂ ਬਦਲਣ ਦੀ ਕੋਸ਼ਿਸ਼ ਕੀਤੀ? ਉਹਦਾ ਕਾਰਨ ਇਹ ਹੈ ਕਿ ਪਹਿਲੇ ਜ਼ਮਾਨੇ ਵਿੱਚ ਇੱਕ ਵਹਿਮ ਸੀ ਕਿ ਕੱਤੇ ਦੇ ਮਹੀਨੇ ਵਿੱਚ ਜੰਮਿਆ ਬੱਚਾ ਜਿਹੜਾ ਹੈ ਨਾ, ਉਹ ਅਪਸ਼ਗਨਾ ਹੁੰਦਾ ਹੈ। ਇਹ ਵਹਿਮ ਨੂੰ ਵਿੱਚ ਪੈ ਕੇ ਇਹਨਾਂ ਨੇ ਪ੍ਰਚਾਰ ਕਰਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨਹੀਂ ਜੀ, ਕੱਤੇ ਜੀ ਨਹੀਂ। ਗੁਰੂ ਸਾਹਿਬ ਨੇ ਤਾਂ ਸਾਰੀਆਂ ਮਿੱਥਾਂ ਨੂੰ ਤੋੜਿਆ, ਜਿਹੜੇ ਭਰਮ ਸੀ ਉਹ ਕੱਢੇ ਨੇ। ਜੇ ਤੁਸੀਂ ਭਰਮਾਂ 'ਚ ਪੈ ਕੇ ਮਹਾਰਾਜ ਦੀ ਡੇਟ ਬਦਲਣ ਦੀ ਕੋਸ਼ਿਸ਼ ਕਰਦੇ, ਜਿਹੜੀ ਗੁਰਮੁਖੋ ਸਕੂਲਾਂ ਦੀ ਕਿਤਾਬਾਂ 'ਚ ਲਿਖੀ ਹੋਈ ਡੇਟ ਆ ਨਾ, ਉਹ ਸਾਕਾ ਕੈਲੰਡਰ ਤੋਂ ਹੀ ਲਈ ਗਈ ਹੈ। ਜਿੱਥੇ ਤੱਕ ਰਹੀ ਨਾਨਕਸ਼ਾਹੀ ਕੈਲੰਡਰ ਸੰਮਤ ਦੀ ਗੱਲ, ਇਹ ਤਾਂ ਪਹਿਲਾਂ ਹੀ ਪ੍ਰਚਲਿਤ ਹੈ। ਇਹ ਕੋਈ ਪੁਰੇਵਾਲ ਨੇ ਨਵਾਂ ਨਹੀਂ ਬਣਾਇਆ, ਇਹਨੇ ਤਾਂ ਆਪਦਾ ਨਾਂ ਸਾਕਾ ਕੈਲੰਡਰ ਦਾ ਹੀ ਬਦਲ ਕੇ ਨਾਨਕਸ਼ਾਹੀ ਰੱਖਿਆ, ਨਕਲ ਮਾਰ ਕੇ। ਹੁਣ ਇੱਥੇ ਆਪਾਂ ਗ੍ਰੰਥ ਜਦੋਂ ਪੜਾਂਗੇ ਦੇ ਵਿੱਚ ਤੁਸੀਂ ਦੇਖਿਓ ਡੇਟ ਜਿੰਨੀ ਵੀ ਆਊਗੀ ਉਹ ਨਾਨਕਸ਼ਾਹੀ ਸੰਮਤ ਦੀ ਹੋਈ ਆਊਗੀ। ਕਿੰਨਾ ਸਮਾਂ ਪਹਿਲਾਂ, ਸੈਂਕੜੇ ਸਾਲ, 100 ਸਾਲ ਤੋਂ ਉੱਪਰ ਹੋ ਗਿਆ, ਉਦੋਂ ਵੀ ਇਹ ਸੀ। ਇਹ ਕੋਈ ਨਵਾਂ ਨਹੀਂ ਹੈ। ਤੇ ਜਿਹੜਾ ਨਾਨਕਸ਼ਾਹੀ ਸੰਮਤ ਹੈ, ਉਹਨੂੰ ਫਿਰ ਉਹਨਾਂ ਸਮੇਂ ਪੁਰਾਣੇ ਸਮੇਂ ਵਿੱਚ ਵਿਦਵਾਨਾਂ ਨੇ 1 ਚੇਤ ਤੋਂ ਸ਼ੁਰੂ ਕੀਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਮਹੀਨਾ ਚੇਤ ਹੈ। ਨਵਾਂ ਸਾਲ 1 ਚੇਤ ਤੋਂ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ। ਤੋ ਇਹ ਲਿਖਦੇ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸੰਮਤ ਸ੍ਰੀ ਗੁਰੂ ਨਾਨਕ ਸ਼ਾਹੀ 71 ਵਿੱਚ ਭਾਈ ਬਾਲਾ ਜੀ ਤੋਂ ਸੁਣ ਸਤਿਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਨੂੰ ਇਤਿਹਾਸ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤਾ। ਜੋ ਭਾਈ ਬਾਲਾ ਜੀ ਦੱਸੀ ਗਏ, ਉਚਾਰੀ ਗਏ, ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਪੈੜਾ ਮੁਖ ਲਿਖੀ ਗਿਆ। ਫਿਰ ਗੁਰਮੁਖੋ ਲਿਖਦੇ ਨੇ ਸੰਤਰੇਣ ਜੀ ਕਿ ਸ੍ਰੀਮਾਨ ਭਾਈ ਗੁਰਦਾਸ ਜੀ, ਗੁਰੂ ਅਮਰਦਾਸ ਮਹਾਰਾਜ ਦੇ ਅੰਸ਼ ਬੰਸ। ਇਹ ਜਿਹੜੇ ਸੰਤਰੇਣ ਕਵੀ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਲਿਖਿਆ, ਇਹ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼ ਬੰਸ ਵਿੱਚੋਂ ਸਨ, 63 ਚੋਂ। ਤੋ ਭਾਈ ਗੁਰਦਾਸ ਜੀ ਨੇ ਫਿਰ ਨਾਨਕਸ਼ਾਹੀ ਸੰਮਤ 142 ਉਸ ਸਮੇਂ 6ਵੇਂ ਪਾਤਸ਼ਾਹੀ ਤੱਕ 12 ਚ ਗੁਰੂ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਉਹ ਜਿੰਨਾ ਕਾਵਿ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤਾ। ਫਿਰ ਲਿਖਦੇ ਨੇ ਭਾਈ ਤੀਜਾ ਹੈ ਸ੍ਰੀਮਾਨ ਗਿਆਨੀ
ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਬੰਦ ਕੱਟਿਆ ਗਿਆ, ਉਹਨਾਂ ਨੇ ਨਾਨਕਸ਼ਾਹੀ ਸੰਮਤ 250 ਜੋ ਜਨਮ ਸਾਖੀ ਆਦਿ ਗੁਰੂ ਜੀ, ਤੇ ਉਸੇ ਹੀ ਸਨ ਵਿੱਚ ਭਾਈ ਭਗਤ ਸਿੰਘ ਹੋਇਆ ਇੱਕ, ਉਹਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਪ੍ਰਕਾਸ਼ਿਤ ਕੀਤਾ ਗ੍ਰੰਥ। ਇਸ ਤੋਂ ਬਾਅਦ ਫਿਰ ਸ੍ਰੀਮਾਨ ਭਾਈ ਸੁੱਖਾ ਸਿੰਘ ਜੀ ਹੋਏ, ਉਹਨਾਂ ਨੇ ਸੰਮਤ ਨਾਨਕਸ਼ਾਹੀ ਸੰਮਤ 330 ਗੁਰਬਿਲਾਸ ਪਾਤਸ਼ਾਹੀ 10ਵੀਂ ਇਹ ਗ੍ਰੰਥ ਪ੍ਰਕਾਸ਼ਿਤ ਕੀਤਾ। ਤੇ ਹੋਰ ਵੀ ਗਿਆਨੀ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਇਹਨੇ ਵੀ ਅਜੇ ਪ੍ਰਸੰਗੋ ਲਿਖੇ ਗਏ ਜਿਹੜੇ ਖੋਜ ਦੇ ਮੁਤਾਜ ਹੈ। ਵੀ ਭਾਵੇਂ ਇਤਿਹਾਸ ਪਹਿਲੇ ਪਾਤਸ਼ਾਹ ਜੀ ਤੋਂ ਸ੍ਰੀ 10ਵੇਂ ਪਾਤਸ਼ਾਹ ਜੀ ਤੱਕ ਸੰਪੂਰਨ ਕਰਮ ਅਨੁਸਾਰ ਤੇ ਨਹੀਂ ਨੇ ਜਿਹੜੇ ਇਤਿਹਾਸ ਸੀ, ਤਾਂ ਵੀ 10ਵੇਂ ਪਾਤਸ਼ਾਹ ਤੋਂ ਬਾਅਦ ਇੱਕ ਸਦੀ ਤੱਕ ਪੰਥ ਨੂੰ 84 ਤੋਂ ਨਰੋਲ ਰੱਖ ਕੇ ਸ੍ਰੀ ਗੁਰਪੁਰਬ ਭਾਵ ਜੀਵਨ ਮੁਕਤੀ ਦਾ ਆਨੰਦ ਦਿੰਦੇ ਰਹੇ ਗ੍ਰੰਥ, 84 ਤੋਂ ਬਚਾ ਕੇ। ਇਹ ਤੋਂ ਬਾਅਦ ਫਿਰ ਉਹ ਸਮਾਂ ਵੀ ਆਇਆ ਜਦੋਂ ਸੰਤਰੇਣ ਜੀ ਕਹਿੰਦੇ ਭਾਈ ਪੰਥ ਦੇ ਉੱਤੇ ਬਹੁਤ ਕਠਿਨਾਈਆਂ ਆਈਆਂ। ਜਿਹੜੇ ਜਵਨ ਪਾਤਸ਼ਾਹ ਸੀ ਤੁਰਕ, ਉਹਨਾਂ ਨੇ ਸੌਹਾਂ ਖਾ ਲੀਆਂ ਕਿ ਸਿੱਖ ਨਾਮ ਦਾ ਖੁਰਾ ਖੋਜ ਸੰਸਾਰ ਤੋਂ ਮਿਟਾਉਣਾ ਹੈ। ਤੇ ਉਸ ਸਮੇਂ ਗੁਰੂ ਦੇ ਪਿਆਰੇ ਸਿੱਖ ਫਿਰ ਸ਼ਹਿਰਾਂ ਪਿੰਡਾਂ ਵਿੱਚ ਵਸਣਾ ਛੱਡ ਕੇ ਕੇਵਲ ਤੇ ਕੇਵਲ ਧਰਮ ਦੀ ਰੱਖਿਆ ਵਾਸਤੇ, ਆਪਣਾ ਧਰਮ ਬਚਾਉਣ ਵਾਸਤੇ ਜੰਗਲਾਂ ਦੇ ਵਿੱਚ ਦਿਨ ਕਟੀ ਕਰਦੇ ਰਹੇ। ਤੇ ਆਮ ਇਹ ਪ੍ਰਚਲਿਤ ਹੈ, ਪੰਥ ਪ੍ਰਕਾਸ਼ ਵਿੱਚ ਲਿਖਿਆ ਵੀ ਡਾਢਾ ਅੰਧ ਧੁੰਦ ਸੀ। ਤੇ ਉਸ ਸਮੇਂ ਇੱਕ ਭਾਈ ਹੰਦਾਲ, ਇਹ ਜ਼ਿਮੀਂਦਾਰ ਸਿੱਖ ਸੀ, ਗੁਰੂ ਕੇ ਜੰਡਿਆਲੇ ਵਾਲਾ, ਇਹਦਾ ਆਪਾਂ ਇਤਿਹਾਸ ਤੋਂ ਜਾਣਦੇ ਹੋ। ਭਾਈ ਹੰਦਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਟਾ ਗੁੰਨਦੇ ਨੇ, ਜਦੋਂ ਮਹਾਰਾਜ ਨੂੰ ਮੱਥਾ ਟੇਕਿਆ ਸੀ, ਹੱਥ ਪਿੱਠ ਦੇ ਪਿੱਛੇ ਕਰ ਲਏ ਵੀ ਮਿੱਟੀ ਨਾ ਲੱਗ ਜੇ। ਮਹਾਰਾਜ ਕਹਿੰਦੇ ਵੀ ਹੰਦਾਲ ਇਉਂ ਹੀ ਤੇਰੀ ਅੰਸ ਵੰਸ ਸਾਨੂੰ ਮੱਥਾ ਟੇਕਿਆ ਕਰੋ। ਤੇ ਉਹਨੂੰ ਮੰਜੀ ਵੀ ਬਖਸ਼ੀ ਮਹਾਰਾਜ ਨੇ ਜੰਡਿਆਲੇ ਦੀ, ਪ੍ਰਚਾਰ ਦੀ। ਉਹ ਬ੍ਰਹਮ ਗਿਆਨੀ ਪੁਰਖ ਸੀ। ਤੇ ਉਸ ਦਾ ਫਿਰ ਜਿਹੜਾ ਸੀ ਗੁਰੂ ਕੇ ਉਹ ਤੀਜੇ ਸਤਿਗੁਰੂ ਨੇ ਮੰਜੀਆਂ ਬਖਸ਼ੀਆਂ ਦਾ, ਫਿਰ ਇਹਦਾ ਪੁੱਤ ਵੀ ਠੀਕ ਠਾਕ ਰਿਹਾ, ਪ੍ਰਚਾਰ ਕਰਦਾ ਰਿਹਾ। ਇਹਦੋਂ ਬਾਅਦ ਇਹਦਾ ਪੋਤਰਾ ਸੀ ਇੱਕ, ਤਾਂ ਇਹਨੇ ਜਿਹੜੀ ਔਲਾਦ ਹੋਈ, ਜਿਵੇਂ ਇਹਨੇ ਆਪਣੇ ਪੁੱਤ ਦਾ ਨਾਂ ਰੱਖਿਆ ਸੀ ਭਾਈ ਬਾਲਾ। ਉਹ ਜਿਵੇਂ, ਕਿਉਂਕਿ ਜਿਵੇਂ ਹੁਣ ਆਪਾਂ ਕੋਈ ਨਾ ਕੋਈ ਗੁਰੂਆਂ ਦੇ ਜਾਂ ਸਿੰਘਾਂ ਦੇ ਨਾਂ ਤੇ ਬੱਚਿਆਂ ਦਾ ਨਾਂ ਰੱਖ ਦਈਏ, ਤੇ ਜਿਹੜਾ ਪੋਤਰਾ ਹੋਇਆ ਉਹਦਾ ਨਾਂ ਜਿਹੜਾ ਸੀ, ਉਹਦਾ ਨਾਂ ਫਿਰ ਅੱਗੇ ਵਿਧੀ ਚੰਦ ਰੱਖਿਆ, ਕਿਉਂਕਿ ਬਾਬਾ ਵਿਧੀ ਚੰਦ ਜੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਬਣੇ, 6ਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਲਈਆਂ, ਮਹਾਨ ਸੂਰਮੇ ਹੋਏ। ਇਹ ਵੀ ਜਿਹੜਾ ਭਾਈ ਹੰਦਾਲ ਦਾ ਪੋਤਰਾ ਸੀ, ਇਹਦਾ ਨਾਂ ਵੀ ਵਿਧੀ ਚੰਦ ਸੀ। ਇਹਨੂੰ ਜ਼ਿਆਦਾਤਰ ਵਿਧੀਆ ਲਿਖਿਆ। ਤੇ ਉਹ ਹੁਣ ਕਥਾ ਪਿੱਛੇ ਜੇ ਆਈ ਸੀ, ਹੁਣ ਜਦੋਂ ਆਪਾਂ ਗਿਆਨੀ ਗਿਆਨ ਸਿੰਘ ਜੀ ਦਾ ਗ੍ਰੰਥ ਕਥਾ ਕਰਦੇ ਸੀ ਥੋੜੇ ਦਿਨ ਸਮਾਪਤੀ ਵਾਲੀ ਤੇ, ਇਹ ਇੱਕ ਡੂਮਣੀ ਤੁਰਕਣੀ ਨੂੰ ਘਰ ਰੱਖ ਲਿਆ ਸੀ ਉਹਨੇ। ਇਹ ਗੁਰੂ ਨਾਨਕ ਦੇ ਮਹਾਰਾਜ ਦੇ ਇਤਿਹਾਸ, ਇਹ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਸੀ, ਇਹ ਇਹਨਾਂ ਦੇ ਕੋਲ ਸੀ, ਸੇਵਾ ਸੰਭਾਲ ਲਈ ਭਾਈ ਹੰਦਾਲ ਕੋਲੇ ਸੀ। ਉਹ ਫਿਰ ਇਹਨਾਂ ਦੇ ਪਰਿਵਾਰ ਕੋਲ ਰਹੀ। ਉਹਨੇ ਜਿਹੜਾ ਵਿਧੀਆ ਸੀ ਉਹਨੇ ਵਿਗਾੜ ਪਾਇਆ। ਤੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਪੋਤਰੇ ਹੰਦਾਲ ਕੇ ਮਹੰਤ ਹੋਏ, ਵਿਧੀ ਚੰਦ ਡੂਮਣੀ ਮੁਸਲਮਾਨੀ ਰਾਖੀ ਘਰ ਲਿਆਏ ਕੇ। ਔਰ ਆਪਣੇ ਕੁਕਰਮ ਤੇ ਉਹਨੇ ਪਰਦਾ ਪਾਉਣ ਵਾਸਤੇ ਗੁਰੂ ਇਤਿਹਾਸ ਦੇ ਵਿੱਚ ਲੋਕਾਂ ਦੀ ਅਸ਼ਰਧਾ ਹੋ ਜੇ, ਭਾਵ ਸ਼ਰਧਾ ਨਾ ਰਹੇ, ਇਹ ਪੈਦਾ ਕਰਨ ਲਈ ਆਪਣੇ ਮਨ ਕਲਪਤ ਪ੍ਰਸੰਗ ਰਚ ਕੇ ਮਿਲਾ ਦੇ। ਪੰਥ ਪ੍ਰਕਾਸ਼ ਵੀ ਲਿਖਿਆ ਵੀ ਔਰ ਕਥਾ ਤੇ ਸਮਾਹੇ ਵਧੇਰੀ, ਲਿਖੀ ਅਜੋਗ ਅਦਕ ਹਮ ਟੇਰੀ। ਗਿਆਨੀ ਜੀ ਕਹਿੰਦੇ ਬਹੁਤ ਦੇਖੀ। ਫਿਰ ਜਾਤ ਕੌਲਾਂ ਦੇਵੀ ਪੂਜਾ ਇਹੋ ਜਿਹੇ ਪ੍ਰਸੰਗ ਪਾਤੇ। ਔਰ ਜੀ ਤੋਂ ਫਿਰ ਕੀ ਹੋਇਆ ਵੀ ਅਸਲ ਸਰੂਪ ਜੋ ਸ੍ਰੀ ਗੁਰ ਇਤਿਹਾਸ ਦੀ ਪ੍ਰਾਪਤੀ ਨਾ ਹੋਣ ਕਰਕੇ
ਫਿਰ ਸੰਤ ਰੇਣ ਜੀ ਲਿਖਦੇ ਆ ਵੀ ਸ੍ਰੀਮਾਨ ਭਾਈ ਸੰਤੋਖ ਸਿੰਘ ਜੀ ਕਵੀ ਚੂੜਾਮਣ, ਉਹਨਾਂ ਨੇ ਗੁਰਮੁਖੋ ਨਾਨਕ ਸ਼ਾਹੀ ਸੰਮਤ 375 ਸ੍ਰੀ ਨਾਨਕ ਪ੍ਰਕਾਸ਼ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਖਰੜਾ ਤਿਆਰ ਕੀਤਾ। ਇਹ ਜਿਹੜਾ ਭਾਈ ਬਾਲਾ ਦੀ ਜਨਮ ਸਾਖੀ ਜਿਹੜੇ ਨੇ ਰਲਾ ਪਾਏ ਸੀ ਵਿਧੀਏ ਨੇ, ਭਾਈ ਸੰਤੋਖ ਸਿੰਘ ਜੀ ਨੇ ਉਹ ਵਿੱਚੋਂ ਕੱਢੇ। ਉਹ ਖਰੜਾ ਤਿਆਰ ਹੋ ਗਿਆ। ਖਰੜਾ ਕੀ ਹੁੰਦਾ? ਲਿਖਤ ਤਿਆਰ ਹੋ ਗਈ, ਫਿਰ ਉਹਦੀ ਸੋਧ ਹੁੰਦੀ ਹੈ ਤੇ ਉਹ ਸੋਧ ਗੁਰਮੁਖੋ ਕਰਨ ਵਾਸਤੇ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਨ ਦਿੱਤਾ ਵੀ ਮੈਂ ਲਿਖਤਾ, ਹੁਣ ਪੰਥ ਇਕੱਠਾ ਹੋ ਕੇ ਇਹਦੇ ਵਿੱਚੋਂ ਜੋ ਤੁਹਾਨੂੰ ਲੱਗਦਾ ਉਹ ਸੋਧ ਕਰ ਦਿਓ। ਪਰ ਕਹਿੰਦੇ ਦੁੱਖਦਾਈ ਗੱਲ ਇਹ ਹੋਈ ਕਿ ਹੁਣ ਸੋਧ ਵੀ ਤਾਂ ਹੀ ਚੰਗੀ ਹੁੰਦੀ ਹੈ ਜੇ ਲਿਖਣ ਵਾਲਾ ਕੋਲ ਹੋਵੇ। ਤੋ ਉਸ ਖਰੜੇ ਨੂੰ ਸੋਧਣ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਹੀ ਸ੍ਰੀਮਾਨ ਕਵੀ ਭਾਈ ਸੰਤੋਖ ਸਿੰਘ ਜੀ ਚੜ੍ਹਾਈ ਕਰ ਗਏ। 3 ਮਹੀਨੇ ਬਾਅਦ ਹੀ ਲਿਖਣ ਤੋਂ ਗੁਰਪੁਰ ਨਿਵਾਸ ਕਰ ਗਏ ਤੇ ਉਹ ਫਿਰ ਖਰੜਾ ਜਿਹੜਾ ਸੀ ਸੋਧਿਆ ਨਾ ਗਿਆ ਤੇ ਗੁਰਮਤ ਵਿਰੋਧੀਆਂ ਦੇ ਹੱਥ ਆ ਗਿਆ। ਉਹਨਾਂ ਨੇ ਵੀ ਉਹਦੇ ਵਿੱਚ ਅਨੇਕਾਂ ਇਹੋ ਜਿਹੇ ਸੰਤ ਰੇਣ ਜੀ ਕਹਿੰਦੇ ਭਾਈ ਪ੍ਰਸੰਗ ਜਿਹੜੇ ਗੁਰਮਤ ਦੇ ਪ੍ਰਤੀਕੂਲ ਹੈ, ਇੱਕ ਅਨੁਕੂਲ ਹੁੰਦਾ ਇੱਕ ਪ੍ਰਤੀਕੂਲ ਹੁੰਦਾ, ਉਹ ਹੋ ਗਏ। ਇਸ ਕਰਕੇ ਪ੍ਰਕਾਸ਼ਿਤ ਹੋ ਗਿਆ। ਪਰ ਇਹ ਨਿਯਮ ਹੈ ਗ੍ਰੰਥ ਪੜ੍ਹਦਾ। ਹੁਣ ਤਾਂ ਨਿਯਮ ਉਲਟ ਹੋ ਗਿਆ ਨਾ। ਹੁਣ ਤਾਂ ਤੁਸੀਂ ਦੇਖੋ ਕਈ ਪ੍ਰਚਾਰਕਾਂ ਕੰਮ ਆਹ ਦੇਖੋ ਜੀ ਫਲਾਨੀ ਜਗ੍ਹਾ ਐ ਲਿਖਿਆ, ਉਹ ਉਲਟ ਹੈ। ਪਰ ਜਿਹੜਾ ਗੁਰਮਤ ਨਿਯਮ ਕੀ ਹੈ, ਜਿਹੜੇ ਸਤਪੁਰਸ਼ ਹੁੰਦਾ ਹੈ। ਹੁਣ ਗੁਰਮੁਖੋ ਆਪਾਂ ਬੀਜ ਬੀਜਣਾ, ਪ੍ਰਚਾਰਕ ਇੱਕ ਪ੍ਰਚਾਰ ਕਰਦਾ ਗ੍ਰੰਥ ਦਾ, ਉਹ ਇੱਕ ਤਰ੍ਹਾਂ ਨਾਲ ਕੋਈ ਬੀਜ ਬੀਜਣ ਦੀ ਕੋਸ਼ਿਸ਼ ਕਰਦਾ। ਤੇ ਕਦੇ ਤੁਸੀਂ ਉਸ ਜ਼ਿਮੀਂਦਾਰ ਨੂੰ ਸਿਆਣਾ ਕਹੋਗੇ ਜਿਹੜਾ ਵਿੱਚੋਂ ਮਾੜਾ ਬੀਜ ਕੱਢ ਕੇ ਬੀਜਣ ਦੀ ਕੋਸ਼ਿਸ਼ ਕਰੇ? ਸਗੋਂ ਸਿਆਣਾ ਜ਼ਿਮੀਂਦਾਰ ਤਾਂ ਮਾੜਾ ਬੀਜ ਪਾਸੇ ਕੱਢ ਕੇ ਸਹੀ ਬੀਜ ਬੀਜ ਦਿੰਦਾ। ਪਰ ਇਹ ਕਹਿੰਦੇ ਆ ਵੀ ਅਸੀਂ ਆ ਸਿਆਣੇ, ਇਹਨਾਂ ਨੇ ਉਹ ਤੁਕ ਫੜਨੀ ਹੈ ਜਿਹਦੇ ਨਾਲ ਸੰਗਤ 'ਚ ਦੁਬਦਾ ਪਵੇ। ਪ੍ਰਚਾਰਕ ਦਾ ਕੰਮ ਹੁੰਦਾ ਹੈ ਕਿ ਦੁਬਦਾ ਪੈਂਦੀ ਹੈ ਤਾਂ ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਗੁਰਮਤ ਵਾਂਗੂ ਪੇਸ਼ ਕਰ ਦਿਓ, ਤਾਂ ਕਿ ਸਰਵਣ ਕਰਨ ਵਾਲੇ ਅੰਦਰ ਦੁਬਦਾ ਪੈਣੀ ਨਹੀਂ ਚਾਹੀਦੀ, ਦੁਬਦਾ ਤਾਂ ਨਿਕਲਣੀ ਚਾਹੀਦੀ ਹੈ। ਅਰੇ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਇਸੇ ਗੱਲ ਤੇ ਵਿਦਵਾਨ ਬਣਾ ਲਿਆ ਤੇ ਸੱਚੇ ਪ੍ਰਚਾਰਕ ਬਣਾ ਲਿਆ ਕਿ ਅਸੀਂ ਕੋਈ ਨਵੀਂ ਜੀ ਗੱਲ ਪੇਸ਼ ਕਰੋ ਔਰ ਦੁਬਦਾ ਪੈਦਾ ਕਰੋ। ਤੇ ਫਿਰ ਇਹ ਕਹਿ ਸਕਦੇ ਆ ਵੀ ਉਸ ਮੂਰਖ ਜ਼ਿਮੀਂਦਾਰ ਵਰਗੇ ਹੈ ਜਿਹੜਾ ਮਾੜਾ ਬੀਜ ਬਾਹਰ ਕੱਢਣ ਦੀ ਬਜਾਏ ਮਾੜੇ ਬੀਜ ਨੂੰ ਖੇਚ ਬੀਜਣ ਲੱਗਿਆ। ਪਰ ਜਿਹੜਾ ਗੁਰਮੁਖੋ ਸਤਪੁਰਸ਼ ਹੁੰਦਾ ਹੈ, ਸੰਤ ਰੇਣ ਜੀ ਕਹਿੰਦੇ ਭਾਈ ਉਹ ਉੱਤਮ ਬੀਜ ਬੀਜਦਾ। ਇਸ ਕਰਕੇ ਫਿਰ ਉਹ ਕਦੇ ਵੀ ਨਿਰਮੂਲ ਨਹੀਂ ਹੁੰਦਾ, ਕਿਉਂਕਿ ਚੰਗਾ ਬੀਜ ਬੀਜਿਆ ਹੀ ਉੱਗਣਾ। ਇਹ ਜਿਹੜੀ ਗੁਰੂ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਮਿਲਾਵਟ ਹੋ ਜੇ ਤਾਂ ਵੀ ਜਿਹੜੇ ਗੁਰਮਤ ਪਿਆਰੇ ਨੇ, ਭਰੋਸੇ ਵਾਲੇ ਗੁਰਸਿੱਖ ਹੈ, ਉਸ ਹਮੇਸ਼ਾ ਹੀ ਗੁਰੂ ਬਾਣੀ ਦੇ ਆਸਰੇ ਹੋ ਕੇ ਆਪਣੇ ਸ੍ਰੀ ਗੁਰਪੁਰ ਦੇ ਆਨੰਦ ਨੂੰ ਮਾਣਦੇ ਰਹੇ। ਉਹਨਾਂ ਨੇ ਹੁਣ ਤੱਕ ਕੋਈ ਦੇਖੋ ਇਹ ਜਿਹਾ ਸੰਗਤ ਵਿੱਚ ਦੁਬਦਾ ਹੁਣ ਤੱਕ ਕਿਸੇ ਨੇ ਸੈਂਕੜੇ ਸਾਲਾਂ ਤੋਂ ਜਦੋਂ ਦਾ ਲਿਖਿਆ ਉਹਦੀ ਕਥਾ ਹੁੰਦੀ ਆ, ਤਖਤਾਂ ਤੇ ਹੁੰਦੀ ਹੈ, ਕਦੇ ਕਿਸੇ ਸੰਗਤ 'ਚ ਦੁਬਦਾ ਪਾਈ ਸਿਆਣੇ ਪ੍ਰਚਾਰਕ ਕਦੇ ਨਹੀਂ। ਤੋ ਫਿਰ ਇਹ ਜਿਹੜੀ ਰਾਵਟ ਸੀ, ਸੰਤ ਰੇਣ ਜੀ ਕਹਿੰਦੇ ਭਾਈ ਪੰਥ ਦਾ ਇਹ ਮਹਾਨ ਘਾਟਾ ਸੀ, ਇਹਨੂੰ ਪੂਰਾ ਕਰਨ ਵਾਸਤੇ ਕੁਝ ਗੁਰਮਤ ਦੇ ਜਿਹੜੇ ਪ੍ਰੇਮੀ ਪੁਰਸ਼ ਸੀ ਉਹਨਾਂ ਨੇ ਦਾਸ ਨੂੰ ਭਾਵ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਕਹਿੰਦੇ ਸਾਨੂੰ ਪ੍ਰੇਰਨਾ ਕੀਤੀ ਵੀ ਸੰਤ ਰੇਣ ਜੀ ਗੁਰ ਇਤਿਹਾਸ ਵਿੱਚ ਜਿਹੜੇ ਗੁਰਮਤ ਵਿਰੋਧੀ ਅਨਮਤੀਆਂ ਦੀਆਂ ਕੁਚਾਲ ਨਾਲ ਅਨੇਕਾਂ ਤਰ੍ਹਾਂ ਦੀ ਮਿਲਾਵਟ ਹੋਈ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਪ੍ਰਕਾਸ਼ਿਤ ਕੀਤਾ। ਸੋ ਹੁਣ ਸਮੇਂ ਦੇ ਵੇਗ ਵਿੱਚ ਹੁਣ ਅਸਲ ਰੂਪ ਵਿੱਚ ਲੱਭਦਾ ਨਹੀਂ ਹੈ ਤੇ ਤੁਸੀਂ ਵੀ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼ ਵੰਸ਼ੋਂ। ਇਹਨਾਂ ਦਾ ਨਾਮ ਸੀ ਸੰਤ ਰੇਣ ਕਵੀ ਪ੍ਰੇਮ ਸਿੰਘ। ਇੱਕ ਸੀ ਉਸੇ ਸਮੇਂ ਹੀ ਇੱਕੋ ਗੁਰੂ ਭਾਈ ਸੰਤ ਅਮੀਰ ਸਿੰਘ ਜੀ ਕੋਲੇ ਪੜ੍ਹਦੇ ਸੀ। ਇਹਨਾਂ ਦੇ ਛੋਟੇ ਉਮਰ ਵਿੱਚੋਂ ਛੋਟੇ ਸੀ, ਛੋਟੇ ਗੁਰ ਭਾਈ ਲਿਖਿਆ। ਉਹਨਾਂ ਦਾ ਨਾਮ ਸੀ ਬਾਬਾ ਪ੍ਰੇਮ ਸਿੰਘ। ਉਹ ਸੀ ਬੇਦੀ ਵੰਸ਼ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਦੀ। ਉਹਨਾਂ ਨੇ ਕਿਹਾ ਵੀ
ਸੰਤਰੇਣ ਪ੍ਰੇਮ ਸਿੰਘ ਇਕੱਠੇ ਸੀ, ਦੋਨਾਂ ਦੇ ਨਾਂ ਵੀ ਪ੍ਰੇਮ ਸਿੰਘ ਆ। ਉਹਨਾਂ ਨੂੰ ਬਾਬਾ ਪ੍ਰੇਮ ਸਿੰਘ ਕਹਿੰਦੇ, ਇਹਨਾਂ ਨੂੰ ਸੰਤਰੇਣ ਪ੍ਰੇਮ ਸਿੰਘ। ਉਹ ਕਹਿੰਦੇ ਵੀ ਦੇਖੋ, ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ ਭਾਈ ਬਾਲੇ ਤੋਂ ਗੁਰੂ ਅੰਗਦ ਦੇਵ ਮਹਾਰਾਜ ਨੇ ਲਿਖਵਾਇਆ ਸੀ ਵੀ ਹੁਣ ਤੁਸੀਂ ਵੀ ਜੇ 10 ਪਾਤਸ਼ਾਹੀਆਂ ਦਾ ਇਤਿਹਾਸ, ਤੁਸੀਂ ਵੀ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼-ਵੰਸ਼, ਵਿਦਵਾਨ ਵੀ ਸੀਗੇ, ਖੋਜੀ ਸੀ ਇਹ ਸੰਤਰੇਣ, ਤੁਸੀਂ ਵੀ ਲਿਖ ਦਿਓ। ਉਹ ਸਮੇਂ ਦਾ ਵੇਗ ਹੈ, ਗੁਰੂ ਦੀ ਤੁਸੀਂ ਅੰਸ਼-ਵੰਸ਼ੋਂ। ਫਿਰ ਹੋਰ ਸੰਗਤਾਂ ਨੇ ਵੀ ਕਿਹਾ ਵੀ ਸੰਤਰੇਣ ਜੀ ਇੰਨੀ ਕੁ ਸੇਵਾ ਕਰੋ, ਗੁਰੂ ਇਤਿਹਾਸ ਨੂੰ ਖੋਜ ਕੇ ਨਿਰੋਲ ਕਰ ਦਿਓ, ਉੱਤਮ ਚਾਓ ਜਿਹੜਾ ਹੈ 10 ਪਾਤਸ਼ਾਹੀਆਂ ਦਾ ਪੂਰਨ ਇਤਿਹਾਸ ਗੁਰਬਾਣੀ ਦੇ ਅਨੁਸਾਰ ਪ੍ਰਕਾਸ਼ਿਤ ਕਰੋ। ਇਹ ਕਹਿੰਦੇ ਵੀ ਜਦੋਂ ਦਾਸ ਨੂੰ ਇਹ ਆਗਿਆ ਹੋਈ ਤਾਂ ਗੁਰੂ ਇਤਿਹਾਸ ਦੇ ਪ੍ਰਕਾਸ਼ਿਤ ਕਰਨ ਵਾਸਤੇ ਆਪਣੇ ਸਾਡੇ ਚਿੱਤ ਵਿੱਚ ਵੀ ਉਮੰਗ ਉਤਸ਼ਾਹ ਪੈਦਾ ਹੋ ਗਈ, ਵਿਚਾਰ ਆਈ ਕਿ ਜਿਹੜਾ ਗੁਰੂ ਦਾ ਜਸ ਹੈ, ਇਹ ਜਸ ਕਰਨਾ ਤਾਂ ਸਮੁੰਦਰ ਤਰਨ ਵਾਂਗੂ ਹੈ, ਤੇ ਸਮੁੰਦਰ ਤਾਂ ਤਰਿਆ ਜਾਂਦਾ ਜੇ ਜਹਾਜ਼ ਹੋਵੇ। ਫਿਰ ਕਹਿੰਦੇ ਇੱਕ ਮਨ ਹੋ ਕੇ ਅੰਤਰਜਾਮੀ ਸਿਰਜਣਹਾਰੇ ਸਤਿਗੁਰਾਂ ਦੇ ਅਗਰ ਭਾਵ ਬੇਨਤੀ ਕੀਤੀ, ਇਹ ਸਤਿਗੁਰੂ ਜਿਸ ਤਰ੍ਹਾਂ ਇਤਿਹਾਸ ਪ੍ਰਕਾਸ਼ਨ ਕਰਨ ਵਾਸਤੇ ਤੁਸੀਂ ਹੁਣ ਮੇਰੇ ਚਿੱਤ ਨੂੰ ਪ੍ਰੇਰਿਆ ਹੈ, ਇਸੇ ਤਰ੍ਹਾਂ ਆਪਣੀ ਕਿਰਪਾ ਰੂਪੀ ਕੋਈ ਸੱਚਾ ਇਤਿਹਾਸ ਰੂਪ ਜਹਾਜ਼ ਵੀ ਬਖਸ਼ੋ, ਜੀ ਤੋਂ ਮੈਂ ਜਿਵੇਂ ਪਿਛਲੇ ਗ੍ਰੰਥਾਂ ਤੋਂ ਕੋਈ ਓਟ ਆਸਰਾ ਲੈ ਕੇ ਅੱਗੇ ਲਿਖਦਾ, ਜਿਸ ਕਰਕੇ ਤੁਹਾਡੇ ਜਸ ਰੂਪੀ ਜਿਹੜਾ ਸਮੁੰਦਰ ਹੈ ਇਹਨੂੰ ਸੌਖਿਆਂ ਪਾਰ ਹੋ ਸਕੀਏ। ਫਿਰ ਕਹਿੰਦੇ ਇਸ ਤਰ੍ਹਾਂ ਅਸੀਂ ਬੇਨਤੀ ਕਰਕੇ ਆਪਣੇ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਤੋਂ ਲੈ ਕੇ ਸ੍ਰੀ 10ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਪਰਯੰਤ 10 ਹੀ ਸਤਿਗੁਰਾਂ ਦੇ ਸੰਖੇਪ ਇਤਿਹਾਸ ਦੀ ਸਾਨੂੰ ਪ੍ਰਾਪਤੀ ਹੋ ਗਈ, ਵੀ ਸਾਨੂੰ ਇੱਕ ਗ੍ਰੰਥ ਮਿਲ ਗਿਆ। ਸੰਤਰੇਣ ਪ੍ਰੇਮ ਸਿੰਘ ਜੀ ਕਹਿੰਦੇ, ਜਿਸ ਤੋਂ ਕਹਿੰਦੇ ਮੇਰੇ ਮਨ ਵਿੱਚ ਨਿਧਾਨਾ ਪਿਆ, ਜਿਵੇਂ ਬਚਨ ਹੈ ਨਾ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤੋ ਮੇਰੇ ਮਨ ਭਇਆ ਨਿਧਾਨਾ। ਕਹਿੰਦੇ ਭਾਈ ਐ ਸਰੋਤਾ ਜਨ ਸੱਜਣੋ, ਉਹ ਇਤਿਹਾਸ ਕਿਹੜਾ ਸੀ? ਉਹ ਇਤਿਹਾਸ ਸੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼-ਵੰਸ਼। ਕਹਿੰਦੇ ਸਾਡੇ ਵਡੇਰੇ ਤ੍ਰੈ ਕਾਲਦਰਸ਼ੀ ਸ੍ਰੀ ਬਾਬਾ ਵਿਨੋਦ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ ਦਾ ਇਤਿਹਾਸ ਦਾ ਜਿਹੜਾ ਕਿ 5 ਪਿਆਰੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਭੇਜਿਆ 10ਵੇਂ ਪਾਤਸ਼ਾਹ ਨੇ, ਉਦੋਂ ਗੁਰਮੁਖੋ ਨਾਲ 5 ਪਿਆਰੇ ਭੇਜੇ ਸੀ ਔਰ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਬੰਦਾ ਸਿੰਘ ਇਹਨਾਂ 5 ਦੀ ਤੈਂ ਅਗਵਾਈ 'ਚ ਚੱਲਣਾ। ਉਹਨਾਂ ਦੇ ਵਿੱਚ ਇੱਕ ਬਾਬਾ ਵਿਨੋਦ ਸਿੰਘ ਜੀ ਵੀ ਸਨ। ਇਹ ਸਨ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼-ਵੰਸ਼। ਇੱਕ ਸੀ ਬਾਬਾ ਕਾਹਨ ਸਿੰਘ, ਉਹ ਸੀ ਗੁਰੂ ਅਮਰਦਾਸ ਮਹਾਰਾਜ ਦੀ ਅੰਸ਼-ਵੰਸ਼। ਤੋ ਇਹ ਜਿਹੜਾ ਇਤਿਹਾਸ ਉਹ ਕਹਿੰਦੇ ਅਸੀਂ ਕਿੱਥੋਂ ਲਿਖਿਆ, ਵੀ ਇੱਕ ਪੋਥੀ ਬਾਬਾ ਵਿਨੋਦ ਸਿੰਘ ਜੀ ਦੀ ਹਸਤ ਕਮਲ, ਉਹਨਾਂ ਨੇ ਨਾਨਕ ਸ਼ਾਹੀ ਸੰਮਤ 240 ਦੇ ਵਿੱਚ ਲਿਖੀ ਸੀ ਆਪਣੇ ਸਮੇਂ, ਕਿਉਂਕਿ ਬਾਬਾ ਵਿਨੋਦ ਸਿੰਘ ਜੀ 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਹੈ। ਤੋ ਲਿਖਿਆ ਹੋਇਆ ਕਿਤੇ ਉਵੇਂ ਹੀ ਪਰਿਵਾਰ ਕੋਲੇ ਉਦੋਂ ਬਾਅਦ ਜੰਗਾਂ ਯੁੱਧਾਂ ਦਾ ਸਮਾਂ ਆ ਗਿਆ। ਬਾਬਾ ਵਿਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੰਗਾਂ ਯੁੱਧਾਂ ਵਿੱਚ ਹੋ ਗਏ ਤੇ ਉਹ ਲੋਪ ਹੀ ਰਿਹਾ, ਕਿਉਂਕਿ ਲਿਖਦੇ ਨੇ ਸੰਤਰੇਣ ਜੀ ਵੀ ਸ੍ਰੀਮਾਨ ਬਾਬਾ ਵਿਨੋਦ ਸਿੰਘ ਜੀ ਉਹ ਜੰਗਾਂ ਯੁੱਧਾਂ ਦੇ ਸਮੇਂ 10ਵੇਂ ਪਾਤਸ਼ਾਹ ਦੇ ਨਾਲ ਰਹੇ, ਤੇ ਜਦੋਂ ਕਲਗੀਧਰ ਪਾਤਸ਼ਾਹ ਨੇ ਅਬਚਲ ਨਗਰ ਪਹੁੰਚੇ, ਉੱਥੋਂ ਇੱਕ ਬੰਦੇ ਨੂੰ ਸਿੱਖ ਕਰਕੇ ਜ਼ਾਲਮਾਂ ਨੂੰ ਕਰਮ ਫਲ ਦੇਣ ਵਾਸਤੇ ਪੰਜਾਬ ਵੱਲ ਭੇਜਿਆ, ਤਾਂ ਫਿਰ ਸਰਮੌਰ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਥਾਪ ਕੇ ਸਹਾਇਤਾ ਵਾਸਤੇ ਨਾਲ ਭੇਜੇ, ਤੇ ਬਾਬਾ ਜੀ ਨੇ ਆ ਕੇ ਪੰਜਾਬ ਵਿੱਚ ਜ਼ਾਲਮਾਂ ਨੂੰ ਫਿਰ ਕਰਮ ਫਲ ਚੰਗੀ ਤਰ੍ਹਾਂ ਭੁਗਾਏ। ਫਿਰ ਜਦੋਂ ਬਾਬਾ ਬੰਦਾ ਸਿੰਘ ਗੁਰੂ ਬਚਨਾਂ ਦੇ ਪ੍ਰਤੀਕੂਲ ਹੋਇਆ, ਤਦ ਸ੍ਰੀ ਬਾਬਾ ਵਿਨੋਦ ਸਿੰਘ ਜੀ ਨੇ ਫਿਰ ਬੰਦਾ ਸਿੰਘ ਨੂੰ ਤਨਖਾਹੀ ਕਰਕੇ ਤੱਤ ਖਾਲਸੇ ਨੂੰ ਸੁਤੰਤਰ ਕੀਤਾ। ਕਹਿੰਦੇ ਐਸੇ ਸਾਡੇ ਵੱਡੇ ਬਜ਼ੁਰਗ ਸਤਪੁਰਸ਼ ਸ੍ਰੀਮਾਨ ਬਾਬਾ ਵਿਨੋਦ ਸਿੰਘ ਜੀ ਦੇ ਪਵਿੱਤਰ ਹਸਤ ਕਮਲਾਂ ਨਾਲ ਲਿਖੇ ਹੋਏ ਗੁਰੂ ਇਤਿਹਾਸ ਰੂਪੀ ਜਹਾਜ਼ ਨੂੰ ਪਾ ਲਿਆ ਸੀ
ਕਿ ਸਾਨੂੰ ਪੋਥੀ ਮਿਲ ਗਈ ਲਿਖੀ ਹੋਈ, ਤੇ ਮਨ ਚਿੱਤ ਵਿੱਚ ਬਹੁਤ ਅਧਿਕ ਬਹੁਤਾ ਹੀ ਹੁਲਾਸ ਭਰੋਸਾ ਹੋਇਆ ਕਿ ਹੁਣ ਮੈਂ ਇਤਿਹਾਸ ਲਿਖ ਲੂੰ। ਹੁਣ ਇਹ ਜਸ ਰੂਪੀ ਗੁਰੂ ਦਾ ਜਸ ਰੂਪੀ ਸਮੁੰਦਰੋਂ ਸੌਖਾ ਤਰਿਆ ਜਾਊ। ਫਿਰ ਇਸ ਉਪਰੰਤ ਕਹਿੰਦੇ ਭਾਈ ਅਸੀਂ ਅਰਦਾਸਾ ਸੋਧ ਕੇ ਇਤਿਹਾਸ ਦੀ ਖੋਜ ਵਾਸਤੇ ਸੰਮਤ ਨਾਨਕ ਸਾਈ, ਫਿਰ ਸੰਮਤ ਆ ਗਿਆ 435, ਉਦੋਂ ਕਹਿੰਦੇ ਅਸੀਂ ਲਿਖਣਾ ਸ਼ੁਰੂ ਕੀਤਾ ਤੇ 10 ਸਾਲ, ਇਹ 45 ਚ ਫਿਰ ਲਿਖਿਆ, ਹੁਣ ਗੁਰਮੁਖੋ 55 ਹੈ। ਕਹਿਣ ਦਾ ਭਾਵ ਕਿ 110 ਸਾਲ ਪਹਿਲਾਂ ਇਹ ਲਿਖਤ ਪੂਰੀ ਹੋਈ ਸੀ ਤੇ 120 ਸਾਲ ਪਹਿਲਾਂ ਇਹਨੂੰ ਆਰੰਭ ਕੀਤਾ, 10 ਸਾਲਾਂ 'ਚ ਲਿਖਿਆ ਉਹਨਾਂ ਨੇ। ਉਦੋਂ ਅਸੀਂ ਕਹਿੰਦੇ ਦੌਰਾ ਕਰਨਾ ਸ਼ੁਰੂ ਕੀਤਾ। ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਕਹਿੰਦੇ 10 ਸਾਲ ਲਗਾਤਾਰ ਫਿਰ ਅਸੀਂ ਪੂਰਬ ਇਲਾਕਾ ਪਟਨਾ ਸਾਹਿਬ, ਕਲਕੱਤੇ ਸੇ ਪਰੇ ਤੱਕ, ਪਸ਼ਚਿਮ ਕਾਬਲ, ਕੰਧਾਰ, ਗਜਨੀ, ਗਰਦੇਸ਼ ਦੂਰ ਤੱਕ ਉੱਤਰ, ਫਿਰ ਇੱਧਰ ਸ੍ਰੀ ਅਨੰਦਪੁਰ ਸਾਹਿਬ, ਕਸ਼ਮੀਰ ਪਰੇ ਤੱਕ, ਦੱਖਣ ਸਿੰਧ ਦੇਸ਼, ਅਬਚਲ ਨਗਰ, ਸਾਰੇ ਦੂਰ ਤੱਕ ਰਟਨ ਕੀਤਾ। ਜਿੱਥੋਂ ਤੱਕ ਹੋ ਸਕਿਆ ਗੁਰੂ ਸਥਾਨਾਂ ਦੇ ਦਰਸ਼ਨ ਕਰਕੇ ਇਤਿਹਾਸ ਸੰਬੰਧੀ ਡੂੰਘੀ ਅਸੀਂ ਖੋਜ ਕੀਤੀ। ਫਿਰ ਕਹਿੰਦੇ ਅਸੀਂ ਆਪਣੇ ਸਵੈ ਸਥਾਨ ਨਰਿਆਬ ਖੰਡ, ਇਹ ਹੁਣ ਗੁਰਮੁਖੋ ਪਾਕਿਸਤਾਨ ਵਿੱਚ ਰਹਿ ਗਿਆ ਏਰੀਆ, ਉੱਥੇ ਆ ਕੇ ਅਸੀਂ ਕਹਿੰਦੇ ਭਾਈ ਪੂਰਬ ਕਥਨ ਕੀਤਾ, ਜਿੰਨਾ ਵੀ ਭਾਵ ਪਹਿਲਾਂ ਇਤਿਹਾਸ ਹੈ, ਹੋਰ ਤਵਾਰੀਖਾਂ, ਅਨੇਕਾਂ ਪੁਸਤਕਾਂ ਜਿੰਨੀਆਂ ਵੀ ਸਾਨੂੰ ਮਿਲੀਆਂ ਗੁਰੂ ਇਤਿਹਾਸ ਨਾਲ ਸੰਬੰਧ ਰੱਖਦੀਆਂ, ਉਹ ਇਕੱਠੀਆਂ ਕੀਤੀਆਂ। ਤੇ ਫਿਰ ਕਹਿੰਦੇ ਵੀ ਸਾਡੇ ਗੁਰਮਤਿ ਪਿਆਰੇ, ਸਾਡੇ ਗੁਰ ਭਾਈ, ਅਸੀਂ ਇਕੱਠੇ ਸੰਤ ਮੀਰ ਸਿੰਘ ਜੀ ਕੋਲੇ ਪੜ੍ਹਦੇ ਰਹੇ। ਸ੍ਰੀਮਾਨ ਬਾਬਾ ਪ੍ਰੇਮ ਸਿੰਘ ਜੀ ਬੇਦੀ, ਉਹ ਸਾਡੇ ਕੋਲੇ ਆ ਗਏ ਤੇ ਇਹ ਫਿਰ ਇੱਥੋਂ ਜਦੋਂ ਦੇਸ਼ ਦੀ ਵੰਡ ਹੋ ਗਈ ਸੀ, ਉਦੋਂ ਤਾਂ ਇੱਥੇ ਆ ਗਏ ਸੀਗੇ ਪਟਿਆਲੇ ਦੇ ਵਿੱਚ, ਜਾਂ ਉੱਥੋਂ ਨਰਿਆਬ ਤੋਂ ਕਿਤੇ ਉੱਠ ਕੇ ਪਹਿਲਾਂ ਹੀ ਇੱਧਰ ਆ ਗਏ ਸੀ। ਦੇਸ਼ ਤਾਂ ਚਲੋ ਹੁਣ ਵੰਡ ਤਾਂ 1947 ਚ ਹੋਈ ਨਾ, ਪਹਿਲਾਂ ਨਰਿਆਬ ਕਸਬੇ ਰਹਿੰਦੇ ਸੀ, ਫਿਰ ਇੱਧਰ ਪਟਿਆਲੇ ਵੀ ਆ ਕੇ ਰਹਿਣ ਲੱਗ ਗਏ। ਬਾਬਾ ਪ੍ਰੇਮ ਸਿੰਘ ਜੀ ਬੇਦੀ ਆਏ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਦੇਖੋ ਗੁਰੂ ਇਤਿਹਾਸ ਰਚਨਾ ਦੀ ਪ੍ਰੇਰਨਾ ਖਾਸ ਸਰੋਤੇ ਬਣੇ। ਤੇ ਜਦੋਂ ਬਾਬਾ ਪ੍ਰੇਮ ਸਿੰਘ ਜੀ ਸਰੋਤੇ ਬਣ ਗਏ, ਕਹਿੰਦੇ ਵੀ ਅਸੀਂ ਸੁਣਿਆ ਕਰਾਂਗੇ ਤੇ ਤੂੰ ਲਿਖਵਾਈ ਚੱਲ। ਉਸ ਸਮੇਂ ਕਹਿੰਦੇ ਸੰਮਤ 445 ਕੱਤਕ ਦੀ ਪੂਰਨਮਾਸੀ, ਇਹਦਾ ਮਤਲਬ ਗੁਰੂ ਨਾਨਕ ਦੇਵ ਮਹਾਰਾਜ ਦੇ ਹੁਣ ਉਸ ਸਮੇਂ ਵੀ ਉਹ ਜਿਹੜੀ ਅੰਸ਼-ਵੰਸ਼ ਆ ਉਹ ਤਾਂ ਲਿਖ ਰਹੇ ਆ, ਗੁਰੂਆਂ ਦੀ ਅੰਸ਼-ਵੰਸ਼ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਕੱਤਕ ਪੂਰਨਮਾਸੀ। ਉਸ ਦਿਨ ਕਹਿੰਦੇ ਅਸੀਂ ਭਾਈ ਅਰਦਾਸਾ ਸੋਧਿਆ, ਅਰਦਾਸ ਕੀਤੀ ਤੇ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇਹ 10 ਪਾਤਸ਼ਾਹੀਆਂ ਦਾ ਪੂਰਨ ਇਤਿਹਾਸ ਰਚਨਾ ਪ੍ਰਾਰੰਭ ਕੀਤਾ। ਭਾਵ ਅੱਜ ਤੋਂ 110 ਸਾਲ ਪਹਿਲਾਂ। ਹੁਣ ਸ੍ਰੀ ਸਤਿਗੁਰਾਂ ਦੀ ਬਖਸ਼ੀ ਬੁੱਧੀ ਦੇ ਮੁਤਾਬਕ ਰਾਤ ਦਿਨ ਇੱਕ ਕਰਕੇ ਅਣਥੱਕ ਮਿਹਨਤ ਨਾਲ 5 ਸਾਲਾਂ ਦੇ ਵਿੱਚ ਇਸ ਗ੍ਰੰਥ ਦਾ ਖਰੜਾ ਤਿਆਰ ਹੋ ਗਿਆ। ਫਿਰ ਬਹੁਤ ਸਾਰੇ ਗੁਰਮਤਿ ਪ੍ਰੇਮੀਆਂ ਨਾਲ ਗੁਰਮਤਾ ਕੀਤਾ ਇਹ ਗ੍ਰੰਥ ਦੀ ਸੁਧਾਈ ਵਾਸਤੇ। ਫਿਰ ਇੱਕ ਗੁਰਮੁਖੋ ਸ੍ਰੀ ਗੁਰ ਇਤਿਹਾਸਕ ਸੋਧਕ ਦੀਵਾਨ, ਇਹਦਾ ਪ੍ਰਬੰਧ ਕੀਤਾ ਤੇ ਉਸ ਦੀਵਾਨ ਦੇ ਵਿੱਚ ਫਿਰ ਵਿਗਿਆਪਨ ਦਿੱਤੇ ਪੰਥਕ ਅਖਬਾਰਾਂ ਦੇ ਵਿੱਚ ਵੀ ਭਾਈ ਜਿੱਥੇ ਵੀ ਤੁਹਾਨੂੰ ਲੱਗਦਾ ਆਪਾਂ ਸੋਧ ਕਰੀਏ, ਵੱਡੇ ਵੱਡੇ ਸ਼ਹਿਰਾਂ, ਗੁਜਰਾਂਵਾਲਾ ਚ ਕਾਨਫਰੰਸ ਥਾਂ ਥਾਂ ਹੀ ਵੰਡੇ। ਉਹਦੇ ਅੱਖਰ ਲਿਖਦੇ ਨੇ ਕਿ ਅਸੀਂ ਇਹ ਲਿਖੇ ਉਹਦੇ ਵਿੱਚ ਕਿ ਸਰਬੱਤ ਗੁਰੂ ਪੰਥ ਪ੍ਰਤੀ ਵਿਦਤ ਹੋਵੇ ਕਿ ਸਾਡੇ ਗੁਰ ਇਤਿਹਾਸ ਵਿਖੇ ਅਨਮਤੀਆਂ ਦੀ ਚਾਲ ਨਾਲ ਬੇਅੰਤ ਗੜਬੜ ਹੋਈ, ਜਿਸ ਦਾ ਕਾਰਨ ਗੁਰਮਤ ਦਾ ਪ੍ਰਤੀਬੰਧ ਹੈ। ਇਸ ਵਾਸਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੰਸ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਦਸ਼ਮੇਸ਼ ਜੀ ਪ੍ਰਯੰਤ ਸਮਗਰ ਸਤਿਗੁਰਾਂ ਦਾ ਇਤਿਹਾਸ ਰਚਿਆ ਹੈ। ਇਹ ਸਾਰੇ ਪੰਥ ਦਾ ਖਾਸ ਦੀਵਾਨ ਇਸ ਦੀ ਸੁਧਾਈ ਵਾਸਤੇ ਹੈ, ਕਿਉਂਕਿ ਇਤਿਹਾਸ ਗੁਰੂ ਪੰਥ ਦਾ ਸਾਂਝ ਹੈ। ਸਰਬੱਤ ਪੰਥ ਸ਼੍ਰੋਮਣ ਇਤਿਹਾਸ ਗਿਆਤਾ, ਗੁਰਮਤਿ ਪ੍ਰੇਮੀ, ਗੁਣੀ ਗਿਆਨੀ ਦਰਸ਼ਨ ਦੇ ਕੇ ਸਾਂਝੇ ਬਲ ਨਾਲ ਇਸ ਕਾਰਜ ਨੂੰ ਸਿਰੇ ਚੜਾਵਣ, ਤਾਂ ਜੋ ਕਿਸੇ ਪ੍ਰਕਾਰ ਦੀ ਊਣਤਾ ਨਾ ਰਹੇ।
ਤੋ ਇਹ ਦਿੱਤਾ ਸੀ ਇਸ਼ਤਿਹਾਰ। ਫਿਰ ਖਾਸ ਸਥਾਨਾਂ ਤੇ ਕਹਿੰਦੇ ਅਸੀਂ ਖਾਸ ਸੇਵਾਦਾਰ ਵੀ ਘੱਲੇ। 5 ਪਿਆਰਿਆਂ ਨੂੰ ਪੂਰੇ ਮਾਣ ਸਹਿਤ ਲਿਆਂਦਾ। ਬਹੁਤ ਸਾਰੇ ਸੱਜਣਾਂ ਦੇ ਸੱਦੇ, ਕਿਰਪਾ ਕਰਕੇ ਦਰਸ਼ਨ ਉਹਨਾਂ ਨੇ ਦਿੱਤੇ। ਫਿਰ ਇੱਕ ਵਿਸਾਖ ਖਾਲਸੇ ਜੀ ਦੇ ਜਿਹੜਾ ਸਾਜਨਾ ਦਿਵਸ ਤੇ ਅਰਦਾਸਾ ਸੋਧ ਕੇ ਦੀਵਾਨ ਪ੍ਰਾਰੰਭ ਹੋਇਆ ਔਰ ਗੁਰਮਤਾ ਹੋਇਆ। ਜੋ ਪ੍ਰਕਰਨ ਗੁਰਬਾਣੀ ਗੁਰਮਤ ਦੇ ਅਨੁਕੂਲ ਹੋਵੇ ਸੋ ਪ੍ਰਵਾਨ ਹੈ, ਜੋ ਗੁਰਬਾਣੀ ਗੁਰਮਤ ਦੇ ਪ੍ਰਤੀਕੂਲ ਹੋਵੇ ਉਹ ਗੁਰਮਤ ਵਿਰੋਧੀ ਪੁਰਸ਼ਾਂ ਦੀ ਕੁਚਾਲ ਦੇ ਕਾਰਨ ਅਪ੍ਰਵਾਨ ਹੈ। ਇਸ ਤਰ੍ਹਾਂ ਵਿਸਾਖ ਦਾ ਫਿਰ ਕਹਿੰਦੇ ਸਾਰਾ ਮਹੀਨਾ ਸੁਧਾਈ ਹੋਈ ਤੇ ਅੰਤ ਸਰਬਸੰਮਤੀ ਨਾਲ ਗੁਰਮਤਾ ਸੋਧਿਆ ਗਿਆ ਕਿ ਇਹੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਆਦ ਸੇ ਅੰਤ ਪ੍ਰਯੰਤ ਗੁਰਬਾਣੀ ਦੀ ਕਸਵੱਟੀ ਨਾਲ ਸੋਧਿਆ ਗਿਆ ਹੈ ਔਰ ਪੁਰਾਤਨ ਇਤਿਹਾਸਾਂ ਦੀ ਖੋਜ ਪੜਤਾਲ ਵਿਚਾਰ ਦਾ ਇਹ ਸਿੱਟਾ ਹੈ। ਜਿੰਨਾ ਬਲ ਬੁੱਧ ਸੀ ਉਸ ਅਨੁਸਾਰ ਸਾਰੇ ਮਿਲ ਸਕੇ, ਜਿੰਨਾ ਵੀ ਮਸਾਲਾ ਸੀ ਉਹਦਾ ਇੱਕ ਸੰਚ ਹੈ। ਇਹ ਗ੍ਰੰਥ ਦੀ ਪੰਥ ਵਿੱਚ ਇਸ ਤਰ੍ਹਾਂ ਲੋੜ ਸੀ ਜਿਸ ਤਰ੍ਹਾਂ ਪਿਆਸੇ ਨੂੰ ਜਲ ਦੀ, ਜਿਵੇਂ ਮਹਿਲ ਤੇ ਚੜ੍ਹਨ ਵਾਸਤੇ ਪੌੜੀਆਂ ਦੀ, ਸਮੁੰਦਰ ਤੋਂ ਪਾਰ ਹੋਣ ਵਾਸਤੇ ਜਹਾਜ਼ ਦੀ ਲੋੜ ਹੁੰਦੀ ਹੈ। ਇਹ ਗ੍ਰੰਥ ਗੁਰਮੁਖ ਪਦ ਦੇ ਦੇਣ ਵਾਲਾ ਗੁਰਮਤਿ ਪੂਰਤ 10 ਸਤਿਗੁਰਾਂ ਦਾ ਇਤਿਹਾਸ ਹੈ। ਸਰਬੱਤ ਗੁਰੂ ਪੰਥ ਦੇ ਪੜ੍ਹਨ ਤੇ ਸੁਣਨ ਯੋਗ ਹੈ। ਗੁਰੂ ਪੰਥ ਨੂੰ ਸ੍ਰੀ ਗੁਰਪੁਰ ਦੇ ਆਨੰਦ ਅਰਥਾਤ ਜੀਵਨ ਮੁਕਤੀ ਦੇਣ ਹਾਰਾ, ਆਈ ਸੰਤਾਨ ਨੂੰ ਗੁਰਸਿੱਖ ਬਣਾਉਣ ਵਾਲਾ ਹੈ। ਇਹ ਅਰਦਾਸਾ ਸੋਧਣ ਉਪਰੰਤ ਫਿਰ ਗੁਰਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਦਾਸ ਮੁਤਾਬ ਤੋਂ ਬਾਅਦ ਪ੍ਰਵਾਨਗੀ ਦਾ ਆਵਾਜ਼ਾ ਲਿਆ ਗਿਆ, ਜਿਹਨੂੰ ਆਪਾਂ ਹੁਕਮਨਾਮਾ ਕਹਿੰਦੇ ਆ, ਸ੍ਰੀ ਮੁਖਵਾਕ। ਤੇ ਉਹ ਕਿਹੜਾ ਹੁਕਮਨਾਮਾ ਆਇਆ ਉਹ ਵੀ ਲਿਖਦੇ ਨੇ। ਕਾਲੀ ਬਾਣੀ ਇਹੀ ਸੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੋਰਠ ਮਹੱਲਾ ਚੌਥਾ, ਘਰ ਪਹਿਲਾ ਕੀ ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ, ਆਪੇ ਸਾਹੋ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਨ, ਪਿਆਰੇ ਪਿੱਛੇ ਟੰਕ ਚੜਾਇਆ। ਇਹ ਸਾਰਾ ਜਿਹੜਾ ਸ਼ਬਦ ਹੈ ਗੁਰਬਾਣੀ ਵਿੱਚ। ਔਰ ਇਹ ਫਿਰ ਜਦੋਂ ਹੁਕਮਨਾਮਾ ਸੁਣਿਆ ਸਾਰੇ ਪ੍ਰਸੰਨ ਹੋਏ ਕਿ ਗੁਰਮਤਾ ਪ੍ਰਵਾਨ ਕੀਤਾ ਸਤਿਗੁਰਾਂ ਨੇ, ਸੇਵਾ ਸਫਲ ਕੀਤੀ। ਗੁਰਸਿੱਖਾਂ ਨੇ ਪ੍ਰਵਾਨਗੀ ਦੇ ਫਿਰ ਜਕਾਰੇ ਛੱਡੇ ਤੇ ਫਿਰ ਕਹਿੰਦੇ ਸਾਨੂੰ ਪ੍ਰਸ਼ੰਸਾ ਪੱਤਰ ਵੀ ਮਿਲੇ। ਉਹ ਕਿਹਦੇ ਮਿਲੇ, ਉਹ ਲਗਭਗ 50-55 ਦੇ ਗਿਆਨੀ ਜੀ ਨੇ ਨਾਂ ਸਾਰੇ ਦੱਸੇ ਹੈ। ਜਿਵੇਂ ਫਿਰ ਗੁਰੂ ਨਾਨਕ ਦੇਵ ਜੀ ਦੀ ਅੰਸ਼-ਵੰਸ਼ ਸੀ ਸ੍ਰੀਮਾਨ ਬਾਬਾ ਜਵਾਹਰ ਸਿੰਘ ਜੀ, ਇੱਕ ਸੰਤ ਭਗਤ ਸਿੰਘ ਜੀ ਸਨ, ਤੇ ਫਿਰ ਭੱਲੇ ਵੰਸ਼ ਵਿੱਚ ਉਸ ਸਮੇਂ ਸ੍ਰੀਮਾਨ ਬਾਬਾ ਹਰਨਾਮ ਸਿੰਘ ਜੀ ਸੀ। ਫਿਰ ਗੁਰਮੁਖੋ ਸ੍ਰੀਮਾਨ ਭਾਈ ਬੁੱਧ ਸਿੰਘ ਜੀ ਸੀ, ਖਾਲਸਾ ਦੀਵਾਨ ਅੰਮ੍ਰਿਤਸਰ ਵਾਲੇ। ਹੋਰ ਇਤਿਹਾਦਕ ਬੇਅੰਤ ਸੰਤ ਮਹੰਤ ਗੁਣੀ ਗਿਆਨੀ ਸਾਰਿਆਂ ਨੇ ਪ੍ਰਸ਼ੰਸਾ ਪੱਤਰ ਦਿੱਤੇ ਤੇ ਉਹ ਸਾਰੇ ਇਹਨਾਂ ਨੇ ਦੱਸੇ ਆ। ਇਸ ਤਰ੍ਹਾਂ ਕਹਿੰਦੇ ਭਾਈ ਅਸੀਂ ਇਹ ਜਿਹੜਾ ਹੈ ਗ੍ਰੰਥ ਜਿਹੜਾ ਰਚਨ ਪ੍ਰਯਤਨ ਕੀਤਾ, ਤੋ ਇਹ ਗ੍ਰੰਥ ਸੰਗਤ ਗੁਰੂ ਪੰਥ ਨੂੰ ਭੇਟਾ ਕਰਤਾ ਤਾਂ ਕਿ ਭਾਈ ਇਹ ਗ੍ਰੰਥ ਨੂੰ ਪੜ੍ਹ ਸੁਣ ਕੇ ਸੰਤਰੇਣ ਪ੍ਰੇਮ ਸਿੰਘ ਜੀ ਕਹਿੰਦੇ ਅਸੀਂ ਇਹ ਸਮਝਿਆ ਸਾਡੀ ਕੀਤੀ ਸੇਵਾ ਸਫਲ ਹੋਵੇ। ਤੋ ਇਸ ਤਰ੍ਹਾਂ ਫਿਰ ਇਹਦੇ ਵੱਖ-ਵੱਖ ਸਮਿਆਂ ਦੇ ਬਾਅਦ ਜਿਹੜੇ ਹੈ ਉਹ ਛਾਪੇ, ਪਹਿਲੀ ਵਾਰ ਛਪਣਾ, ਦੂਜੀ ਤੀਜੀ ਚੌਥੀ ਵਾਰ, ਤੇ ਇਸ ਤਰ੍ਹਾਂ ਜਿਹੜਾ ਹੈ ਇਹ ਗ੍ਰੰਥ ਬਾਰ-ਬਾਰ ਛਪਦਾ ਰਿਹਾ। ਇਉਂ ਸੰਤ ਰੇਣ ਜੀ ਨੇ ਜਿਹੜਾ ਹੈ ਦੱਸਿਆ ਹੈ। ਹੁਣ ਅੱਗੇ ਦੱਸਦੇ ਹਨ ਆਥ ਗ੍ਰੰਥ ਦਰਪਨ, ਕਿ ਇਹ ਜਿਹੜਾ ਹੁਣ ਕਹਿੰਦੇ ਗ੍ਰੰਥ ਦਾ ਦਰਪਣ ਕੀ ਹੈ। ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦਾ ਪਹਿਲਾਂ ਤਾਂ ਭਾਵ ਅਰਥ, ਇਹ ਕੋਈ ਇਹ ਕਹੇ ਵੀ ਇਹਦਾ ਅਰਥ ਦੱਸੋ। ਜਿਵੇਂ ਕਵੀ ਰਾਜ ਜੀ ਨੇ ਲਿਖਿਆ ਨਾ, ਭਾਈ ਸੰਤੋਖ ਸਿੰਘ ਜੀ ਨੇ, ਉਹਨਾਂ ਨੇ ਸ੍ਰੀ ਨਾਨਕ ਪ੍ਰਕਾਸ਼, ਫਿਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਦੇ ਅਰਥ ਸਾਰੇ ਦੱਸੇ ਨੇ ਵੀ ਇਹਦਾ ਮਤਲਬ ਕੀ ਹੈ। ਇਸੇ ਤਰ੍ਹਾਂ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇਹਦਾ ਅਰਥ ਹੈ ਕਿ ਜਿਵੇਂ 10 ਗੁਰੂ ਸਾਹਿਬਾਨਾਂ ਦਾ ਇਹ ਗ੍ਰੰਥ ਹੈ, ਇਹ ਜਾਣੋ ਭਾਈ ਇੱਕ ਪੁਰ ਹੈ, ਪੁਰੀ ਹੈ, ਇੱਕ ਸ਼ਹਿਰ ਹੈ। ਇਹ ਗ੍ਰੰਥ ਰੂਪੀ ਸ਼ਹਿਰ ਹੈ 10 ਗੁਰੂਆਂ ਦਾ।
ਤੇ ਹੁਣ ਸ਼ਹਿਰ ਦੇ ਵਿੱਚ ਮਹੱਲੇ ਹੁੰਦੇ ਨੇ ਵੱਖ-ਵੱਖ। ਇਸੇ ਤਰ੍ਹਾਂ ਹੀ ਗ੍ਰੰਥ ਦੇ ਵਿੱਚ ਕਹਿੰਦੇ ਕਰਮ ਅਨੁਸਾਰ ਮਹੱਲੇ ਹੈ, ਪਾਤਸ਼ਾਹੀ ਪਹਿਲੀ, ਦੂਜੀ, ਤੀਜੀ, 10ਵੇਂ ਤੱਕ। ਇਹ ਇਤਿਹਾਸ ਰੂਪੀ ਇਸ ਪੂਰੀ ਸ਼ਹਿਰ ਦੇ 10 ਮਹੱਲੇ ਨੇ। ਫਿਰ ਕਹਿੰਦੇ ਭਾਈ ਇੱਕ ਇੱਕ ਮਹੱਲੇ ਦੇ ਵਿੱਚ ਵੱਖ-ਵੱਖ ਘਰ ਹੁੰਦੇ ਨੇ, ਕਿਸੇ ਦਾ ਛੋਟਾ, ਕਿਸੇ ਦਾ ਵੱਡਾ, ਕਿਸੇ ਦੀ ਹਵੇਲੀ, ਕਿਸੇ ਦਾ ਕਿਵੇਂ। ਮਹੱਲਿਆਂ 'ਚ ਵੀ ਅੱਗੇ ਘਰ ਹੋ ਗਏ। ਇਸੇ ਤਰ੍ਹਾਂ ਇਹਦੇ ਵਿੱਚ ਜਿਹੜੇ ਫਿਰ ਪ੍ਰਸੰਗ ਆ ਗਏ ਉਹ ਕਹਿੰਦੇ ਭਾਈ ਘਰ ਨੇ, ਮੰਦਰ ਹੈ। ਤੇ ਫਿਰ ਇਹ ਜਿਹੜੀ ਹੈ ਕਾਵਿ ਰਚਨਾ ਹੈ, ਪੁਰਾਤਨ ਕਵਿਤਾ ਦੀ ਮਰਜ਼ਾਦਾ ਅਨੁਸਾਰ ਸੁੰਦਰ ਹੈ। ਤੇ ਫਿਰ ਇਸ ਤਰ੍ਹਾਂ ਕਹਿੰਦੇ ਇਹ ਜਾਣੋ ਗ੍ਰੰਥ ਦੇ ਆਦਿ ਵਿੱਚ ਸਾਰੇ ਗ੍ਰੰਥ ਦੇ ਮੰਦਰ ਭਾਵ ਪ੍ਰਸੰਗਾਂ ਦਾ ਤਤਕਰਾ ਲਿਖਿਆ ਤੇ ਹਰ ਪੰਨੇ ਤੇ ਪਹਿਲੇ ਜਿਸ ਗੁਰੂ ਦਾ ਇਤਿਹਾਸ ਉਹਦਾ ਮਹੱਲਾ ਪਹਿਲਾ ਤੋਂ 10 ਤੱਕ ਲਿਖਿਆ ਹੈ। ਤੇ ਹੁਣ ਬਿਕਰਮੀ ਸੰਮਤ ਵੀ ਦੱਸਦੇ ਆ, ਕਿਉਂਕਿ ਬਿਕਰਮੀ ਸੰਮਤ ਪ੍ਰਚਲਿਤ ਸੀ। ਵੀ ਕੋਈ ਕਹੇ ਜੀ ਸਾਨੂੰ ਨਾਨਕਸ਼ਾਹੀ ਕੈਲੰਡਰ ਦਾ ਨਹੀਂ ਪਤਾ ਲੱਗਿਆ, ਬਿਕਰਮੀ ਸੰਮਤ ਦੱਸ ਦਿਓ। ਜਿਵੇਂ ਅੱਜ ਕੱਲ ਆਪਾਂ ਕਹਿੰਦੇ ਵੀ ਈਸਵੀ ਸੰਨ ਦੱਸ ਦਿਓ ਜੀ ਨਾਲ, ਕਿਉਂਕਿ ਹੁਣ ਇਹ ਪ੍ਰਚਲਿਤ ਹੈ। ਕਹਿੰਦੇ ਵੀ ਇਹ ਗ੍ਰੰਥ ਅਸੀਂ ਸੰਮਤ 1526 ਬਿਕਰਮੀ ਇੱਕ ਜਗ੍ਹਾ ਸ਼ੁਰੂ ਤੋਂ ਬਿਨਾਂ ਹੋਰ ਸਭ ਸਥਾਨਾਂ ਵਿਖੇ ਸੰਮਤ ਸ੍ਰੀ ਗੁਰੂ ਨਾਨਕ ਸ਼ਾਹੀ ਤੇ ਜਿਸ ਜਗ੍ਹਾ ਤੇ ਸੰਮਤ ਕਾਬੇ ਵਿਦਿਆ ਦ੍ਰਿਸ਼ਟਕੂਟ ਅਨੁਸਾਰ ਦਿੱਤਾ ਉਹ ਸਿੱਧੀ ਗਿਣਤੀ ਨਾਲ ਨਾ ਬਣੇ ਤਾਂ ਉਲਟਾ ਲੈਣਾ, ਭਾਵ ਪੰਨਾ ਇਹ ਕਹਿੰਦੇ 509 ਤੇ ਸੰਮਤ ਜੁਗਲ ਵੇਦ ਸੱਸ ਜਾਨ। ਹੁਣ ਜੁਗਲ 2 ਨੂੰ ਕਹਿੰਦੇ ਆ, ਵੇਦ 4 ਹੈ, ਸੱਸ ਜਿਹੜਾ ਚੰਦਰਮਾ 1 ਹੈ ਤੇ ਜੋੜ ਕੀ ਬਣ ਗਿਆ 2 4 ਤੇ 1। ਇਹਨਾਂ ਨੂੰ ਉਲਟਾ ਲਈਏ ਕੀ ਬਣ ਗਿਆ 1 4 2, ਭਾਵ ਸੰਮਤ ਗਿਣਨ ਸਮੇਂ ਅਗਲਾ ਪਿਛਲਾ ਨਾਲ ਇਉਂ ਮੇਲ ਰਹਿਣਾ ਚਾਹੀਦਾ। ਇਹ ਇਸ ਤਰ੍ਹਾਂ 1526 ਇਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਲਿਖਦੇ, ਕਿਉਂਕਿ ਜਿਵੇਂ ਹੁਣ ਆਮ ਆਪਾਂ ਤਾਂ 1469 ਈਸਵੀ, ਪਰ ਜਿਹੜਾ ਬਿਕਰਮੀ ਸੰਮਤ ਸੀ ਉਹ 1526 ਬਿਕਰਮੀ ਕੱਤ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਨ ਉਹ ਕੀ ਹੈ ਡੇਟ ਅਸਲ, ਕਾਤਕ ਸੁਦੀ ਪੂਰਨਮਾਸੀ 1526 ਬਿਕਰਮੀ। ਤੇ ਇਹਨੂੰ ਫਿਰ ਹੁਣ ਉਲਟਾ ਕੇ ਜਿਹੜਾ ਜੇ ਅੱਜ ਦੇ ਸਮੇਂ ਕੋਈ ਨਾਲ ਕੋਈ ਜੀ ਸਾਨੂੰ ਈਸਵੀ ਸਨ ਦੱਸੋ, ਆਪਾਂ ਕਹਿੰਦੇ 1469 ਸੀ, ਕਿਉਂਕਿ 57 ਸਾਲ ਘਟਾ ਲਓ ਬਸ ਈਸਵੀ ਸਨ ਨਿਕਲਣ। ਜਿੱਥੇ ਬਿਕਰਮੀ ਸੰਮਤ ਦੀ ਤੁਸੀਂ ਤਰੀਕ ਵੇਖੋ ਉਹਦੇ ਚੋਂ ਜੇ ਈਸਵੀ ਸਨ ਦੇਖਣਾ ਤੇ 57 ਘੱਟ ਕਰ ਦਿਓ, ਉਹਨਾਂ ਈਸਵੀ ਸਨ। ਇਸ ਤਰ੍ਹਾਂ ਕਹਿੰਦੇ ਭਾਈ ਇਹ ਜਿਹੜਾ ਫਿਰ ਜਿਹੜਾ ਅਸੀਂ ਇਹ ਗ੍ਰੰਥ ਦਾ ਇਹ ਭਾਵ ਸਾਰਾ ਦੱਸਿਆ, ਡੇਟ ਦੇ ਬਾਰੇ ਦੱਸਿਆ ਹੈ। ਤੇ ਅੱਗੇ ਹੁਣ ਉਸ ਪ੍ਰਮਾਤਮਾ ਅੱਗੇ ਬੇਨਤੀ ਰੂਪ ਆਪਣੇ ਵੱਲੋਂ ਸਵਈਆ ਉਚਾਰਨ ਕਰਦੇ ਹਨ। ਹੇ ਗੁਰ ਰੂਪ ਅਕਾਲ ਸਦਾ, ਹੇ ਗੁਰੂ ਮਹਾਰਾਜ ਅਕਾਲ ਪੁਰਖ ਦੇ ਸਰੂਪ, ਤੁਮਰੇ ਜਾਸ ਕੋ ਕੋਈ ਅੰਤ ਨਾ ਪਾਵਤ, ਤੁਹਾਡੇ ਜਾਸਨ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਹੈ। ਦਾਸ ਤੇ ਭੂਲ ਜੋ ਚੂਕ ਭਈ, ਇਹ ਦਾਸ ਵੱਲੋਂ ਸੰਤਰੇਣ ਪ੍ਰੇਮ ਸਿੰਘ ਜੀ ਕਹਿੰਦੇ ਕੋਈ ਭੁੱਲ ਚੁੱਕ ਹੋਈ, ਬਖਸ਼ਿੰਦ ਅਹੋ ਇਸ ਤੇ ਬਖਸ਼ਾਵਤ, ਤੁਸੀਂ ਬਖਸ਼ਿੰਦੋ ਇਸ ਕਰਕੇ ਕਿਰਪਾ ਕਰ ਦਿਓ, ਬਖਸ਼ ਦਿਓ। ਨਿਜ ਬਿਰਦ ਕੀ ਲਾਜ ਸਦਾ ਰੱਖੀਏ, ਤੁਸੀਂ ਆਪਣੇ ਬਿਰਦ ਦੀ, ਧਰਮ ਦੀ, ਸੁਭਾਅ ਦੀ ਹਮੇਸ਼ਾ ਲਾਜ ਰੱਖੋ। ਜਗ ਮੈਂ ਪ੍ਰਭ ਕਿੰਕਰ ਤੋਹੇ ਕਹਾਵਤ, ਇਉਂ ਜਗਤ ਦੇ ਵਿੱਚ ਤੁਹਾਨੂੰ ਪਰਮੇਸ਼ਰ ਸਰੂਪ ਕਿਹਾ ਜਾਂਦਾ ਹੈ। ਅਹੋ ਸੰਤ ਗੁਰੂ ਕਾਬਰੇਣ ਅਹੈ, ਹੇ ਸੰਤ ਗੁਰੂ ਸਰੂਪ ਸੰਤੋ ਤੇ ਸਤਿਗੁਰੂ ਜੀ ਕਾਬਰੇਣ ਅਹੈ, ਮੈਂ ਕਵੀ ਸੰਤਾਂ ਦੀ ਰੇਣ ਇਉਂ। ਹਰ ਪ੍ਰੇਮ ਸਦਾ ਪਗ ਕੰਜ ਸੁਹਾਵਤ, ਤੇ ਮੈਂ ਪ੍ਰੇਮ ਸਿੰਘ ਹਮੇਸ਼ਾ ਗੁਰੂ ਦੇ ਚਰਨ ਕਮਲਾਂ ਦੇ ਨਾਲ ਜੁੜ ਕੇ ਇਉਂ ਸੋਭਦਾ ਹਾਂ, ਜਾਂ ਗੁਰੂ ਦੇ ਚਰਨ ਕਮਲ ਮੇਰੇ ਹਿਰਦੇ ਵਿੱਚ ਹਮੇਸ਼ਾ ਸੋਭ ਰਹੇ ਹਨ। ਆਥ ਕਵ ਬੰਸਾਵਲੀ, ਹੁਣ ਉਹ ਆਪਣੇ ਬਾਰੇ ਦੱਸਦੇ ਆ
ਮੈਨੂੰ ਕੋਈ ਹੁਣ ਇਹ ਵੀ ਹੈ ਨਾ, ਕੋਈ ਪੁੱਛੇ ਵੀ ਕੌਣ ਹੋ ਤੁਸੀਂ, ਜਿਹਨੇ ਇਤਿਹਾਸ ਲਿਖਿਆ, ਤੁਹਾਡਾ ਕੀ ਤਾਲੁਕਾਤ ਹੈ। ਜਿਵੇਂ ਹੁਣ ਗਿਆਨੀ ਗਿਆਨ ਸਿੰਘ ਜੀ ਆ, ਉਹਨਾਂ ਨੇ ਫਿਰ ਆਪਣਾ ਦੱਸਿਆ ਸਾਰਾ, ਮੈਂ ਕੌਣ ਆ, ਕਿਹੜੇ ਪਰਿਵਾਰ ਵਿੱਚੋਂ ਆ। ਭਾਈ ਨਗਾਈਆ ਸਿੰਘ ਜੀ, ਉਹਨਾਂ ਦੀ ਅੰਸ਼ ਵਿੱਚੋਂ ਆ, ਪੜਪੋਤਰਾ ਐਵੇਂ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਫਲਾਨੀ ਜਗ੍ਹਾ ਮੇਰੇ ਨਾਨਕੇ ਆ, ਮੈਂ ਫਲਾਨੇ ਦਾ ਦੋਹਤਾ ਹੈ। ਇਸੇ ਤਰ੍ਹਾਂ ਆਥ ਕਾਵਿ ਬੰਸਾਵਲੀ। ਹੁਣ ਕਹਿੰਦੇ ਕਵੀ ਦੀ ਬੰਸਾਵਲੀ ਕੀ ਹੈ, ਉਹ ਦੱਸਦੇ ਦੋਹਰਾ। ਪ੍ਰਥਮ ਅਕਾਲ ਧਿਆਏ ਕੈ, ਸਭ ਸਤਿਗੁਰੂ ਮਨਾਏ। ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਧਿਆਉਣਾ ਹੈ, ਪ੍ਰਥਮ। ਫਿਰ ਭਾਈ ਸਾਰੇ 10 ਪਾਤਸ਼ਾਹੀਆਂ ਸਤਿਗੁਰੂ ਜੀ ਨੂੰ ਮਨਾ ਕਰ, ਨਿਜ ਬੰਸਹਿ ਵਰਣਨ ਕਰੋ, ਸੁਨੋ ਸੰਤ ਮਨ ਲਾਏ। ਹੁਣ ਕਹਿੰਦੇ ਭਾਈ ਮੈਂ ਆਪਣੀ ਅੰਸ਼ ਬੰਸ ਦੱਸਦਾ ਹਾਂ, ਇਹ ਸੰਤ ਜਨੋ ਸਰੋਤਿਓ ਮਨ ਲਾ ਕੇ ਸਰਵਣ ਕਰੋ। ਕਬਿਤ ਸ੍ਰੀ ਗੁਰੂ ਨਾਨਕ ਸਵਰੂਪ, ਗੁਰੂ ਅੰਗਦ ਜੀ। ਜੋ ਭਾਈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਸਰੂਪ, ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ, ਤਾਹੇ ਕੇ ਸੁਪੁੱਤਰ ਸ੍ਰੀ ਦਾਸੂ ਜੀ ਬਖਾਨੀਏ। ਉਹਨਾਂ ਦੇ ਜਿਹੜੇ ਸੁਪੁੱਤਰ ਹੋਏ ਨੇ ਸ੍ਰੀ ਬਾਬਾ ਦਾਸੂ ਜੀ, ਉਹ ਕਹੇ ਜਾਂਦੇ। ਧਿਆਨ ਦਾਸ ਤਾਹੇ ਸੁੱਤ, ਉੱਤਮ ਦਾਸ ਤਾਹੇ ਸੁੱਤ। ਬਾਬਾ ਦਾਸੂ ਜੀ ਦੇ ਅੱਗੇ ਕਹਿੰਦੇ ਪੁੱਤਰ ਹੋਏ ਬਾਬਾ ਧਿਆਨ ਦਾਸ ਜੀ ਤੀਜੇ, ਧਿਆਨ ਦਾਸ ਤਾਹੇ ਸੁੱਤ, ਉੱਤਮ ਦਾਸ ਤਾਹੇ ਸੁੱਤ। ਅੱਗੇ ਬਾਬਾ ਧਿਆਨ ਸਿੰਘ ਜੀ ਦੇ ਪੁੱਤਰ ਹੋਏ ਚੌਥੀ, ਜਿਹੜਾ ਹੈ ਜਗਾ ਗੁਰੂ ਅੰਗਦ ਦੇ ਮਹਾਰਾਜ ਦੀ ਅੰਸ਼ ਵਿੱਚ ਉੱਤਮ ਦਾਸ ਜੀ। ਜੱਗਾ ਮੱਲ ਤਾਹੇ ਸੁੱਤ, ਨੀਕੇ ਕਰ ਮਾਨੀਏ। ਅੱਗੇ ਬਾਬਾ ਉੱਤਮ ਦਾਸ ਜੀ ਦੇ ਅੱਗੇ ਇਹ 5ਵੀਂ ਜਗ੍ਹਾ ਫਿਰ ਹੋ ਗਏ ਬਾਬਾ ਜੱਗਾ ਮੱਲ ਜੀ। ਇਹ ਕਹਿੰਦੇ ਭਾਈ ਉਹਨਾਂ ਦੇ ਤਾਹੇ ਸੁੱਤ ਨੀਕੇ ਕਰ ਮਾਨੀਏ, ਜੋ ਚੰਗੇ ਕਰਕੇ ਮੰਨੇ ਗਏ। ਗੋਬਿੰਦ ਜੀ ਤਾਹੇ ਸੁੱਤ, ਖੁਸ਼ਹਾਲ ਸਿੰਘ ਤਾਹੇ ਸੁੱਤ। ਅੱਗੇ ਬਾਬਾ ਜੱਗਾ ਮੱਲ ਜੀ ਦੇ ਹੋਏ ਗੋਬਿੰਦ ਮੱਲ ਜੀ, ਤੇ ਉਸ ਸਮੇਂ ਫਿਰ ਉਹਨਾਂ ਦੇ ਅੱਗੇ ਪੁੱਤਰ ਹੋਏ ਖੁਸ਼ਹਾਲ ਸਿੰਘ। ਭਾਵ ਫਿਰ 10ਵੇਂ ਪਾਤਸ਼ਾਹ ਸਮਾਂ ਆ ਗਿਆ, ਤੇ ਫਿਰ ਗੁਰਮੁਖੋ ਖੁਸ਼ਹਾਲ ਸਿੰਘ ਜੀ ਨੇ ਅੰਮ੍ਰਿਤ ਛਕ ਲਿਆ, ਇਸ ਕਰਕੇ ਖੁਸ਼ਹਾਲ ਮੱਲ ਤੋਂ ਉਹਨਾਂ ਦਾ ਨਾਮ ਖੁਸ਼ਹਾਲ ਸਿੰਘ ਬਣ ਗਿਆ। ਐਸੇ ਕ੍ਰਮ ਜਾਣੀਏ, ਇਸ ਤਰ੍ਹਾਂ ਭਾਈ ਕਰਮਵਾਰ ਜਾਣ ਲੋ। ਜੱਸਾ ਸਿੰਘ ਤਾਹੇ ਸੁੱਤ, ਰਤਨ ਸਿੰਘ ਤਾਹੇ ਸੁੱਤ। ਫਿਰ ਉਹਨਾਂ ਦੇ ਅੱਗੇ ਕਹਿੰਦੇ ਜੱਸਾ ਸਿੰਘ ਹੋਏ ਖੁਸ਼ਹਾਲ ਸਿੰਘ ਦੇ ਪੁੱਤਰ, ਤੇ ਜੱਸਾ ਸਿੰਘ ਦੇ ਅੱਗੇ ਪੁੱਤਰ ਹੋਏ ਰਤਨ ਸਿੰਘ। ਸੁੱਖਾ ਸਿੰਘ ਤਾਹੇ ਸੁੱਤ, ਭਲੇ ਪਹਿਚਾਨੀਏ। ਤੇ ਉਹਨਾਂ ਦੇ ਅੱਗੇ ਭਾਈ ਰਤਨ ਸਿੰਘ ਦੇ ਅੱਗੇ ਹੋਏ ਪੁੱਤਰ ਸੁੱਖਾ ਸਿੰਘ, ਤਾਹੇ ਸੁੱਤ ਭਲੇ ਪਹਿਚਾਨੀਏ। ਹੁਣ ਇਹ ਗਿਣਤੀ ਕਰ ਲਓ, ਗੁਰੂ ਅੰਗਦ ਦੇ ਮਹਾਰਾਜ ਤੋਂ ਦੂਸਰੇ ਕੁੱਲ ਜਿਹੜੀ ਹੈ ਬਾਬਾ ਦਾਸੂ ਜੀ, ਤੀਜੇ ਧਿਆਨ ਦਾਸ ਜੀ, ਚੌਥੇ ਉੱਤਮ ਦਾਸ ਜੀ, 5ਵੇਂ ਜੱਗਾ ਮੱਲ ਜੀ, ਤੇ 6ਵੇਂ ਗੋਬਿੰਦ ਮੱਲ ਜੀ, 7ਵੇਂ ਖੁਸ਼ਹਾਲ ਸਿੰਘ, ਤੇ 8ਵੇਂ ਜੱਸਾ ਸਿੰਘ, 9ਵੇਂ ਰਤਨ ਸਿੰਘ, ਤੇ 10ਵੇਂ ਸੁੱਖਾ ਸਿੰਘ। ਤਾਹੇ ਸੁੱਤ ਭਲੇ ਪਹਿਚਾਨੀ। 10ਵੀਂ ਥਾਂ ਤੇ ਸੁੱਖਾ ਸਿੰਘ ਕਹਿੰਦੇ ਉਹਨਾਂ ਦੇ ਭਲੇ ਪੁੱਤਰ ਜਾਣੋ। ਤਿੰਨ ਹੋ ਕੇ ਸੁਪੁੱਤਰ ਸ੍ਰੀ ਬਾਬਾ ਜੀ ਲਛਮਣ ਸਿੰਘ। ਅੱਗੇ 11ਵੀਂ ਜਗ੍ਹਾ ਉਹਨਾਂ ਦੇ ਕਹਿੰਦੇ ਪੁੱਤਰ ਹੋਏ ਸ੍ਰੀਮਾਨ ਬਾਬਾ ਲਛਮਣ ਸਿੰਘ ਜੀ। ਪ੍ਰੇਮ ਸਿੰਘ ਸੰਤ ਰੇਣ ਕਵੀ ਤਿਨੋਂ ਕਯੋ ਹੈ। ਤੇ ਉਹਨਾਂ ਤੋਂ ਬਾਅਦ 12ਵੀਂ ਜਗ੍ਹਾ ਫਿਰ ਕਹਿੰਦੇ ਅਸੀਂ ਭਾਈ ਪ੍ਰੇਮ ਸਿੰਘ ਜੋ ਸੰਤ ਰੇਣ ਕਵੀ, ਉਹਨਾਂ ਤੋਂ ਅੱਗੇ ਹੋਇਆ। ਸੰਮਤ ਸ੍ਰੀ ਨਾਨਕ ਜੀ 4-7-10 ਮਾਹੇ। ਸੰਮਤ ਸ੍ਰੀ ਨਾਨਕ ਜੀ, ਇਹ ਸੰਮਤ ਸ੍ਰੀ ਨਾਨਕ ਭਾਵ ਨਾਨਕ ਸ਼ਾਹੀ ਸੰਮਤ 4-7-10, 410 ਵਿੱਚ ਖੰਡ ਨਰਿਆਵ ਪਹਿਲੀ ਮੱਘਰ ਭਵ ਲਿਓ ਹੈ। ਨਰਿਆਵ ਖੰਡ ਕਸਬੇ ਦੇ ਵਿੱਚ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਪਹਿਲੀ ਮੱਘਰ ਨੂੰ ਭਾਈ ਅਸੀਂ ਜਨਮ ਲਿਆ।
ਪਿਤ ਪਾਰੇ ਮਾਤ ਪਿਤ ਅਧਿਕ ਲੜਾਏ ਲਾਡ। ਮਾਂ ਬਾਪ ਨੇ ਸਾਨੂੰ ਪਾਲਿਆ ਬਹੁਤ ਲਾਡਾਂ ਨਾਲ, ਸੁਦਾ ਸਾਰ ਆਏ ਪੁੰਨ ਵਿਦਿਆ ਕੋ ਲਿਓ ਹੈ। ਫਿਰ ਕਹਿੰਦੇ ਅਸੀਂ ਅੰਮ੍ਰਿਤਸਰ ਸਾਹਿਬ ਆ ਗਏ, ਸੰਤ ਅਮੀਰ ਸਿੰਘ ਜੀ ਉਹਨਾਂ ਕੋਲੋਂ ਵਿਦਿਆ ਲਈ। ਪੁਨੇ ਦਿਸ ਚਤਰ ਰਟ ਦਰਸੇ ਸਥਾਨ ਗੁਰ। ਫਿਰ ਕਹਿੰਦੇ ਚਾਰੇ ਜਗ੍ਹਾ ਤੇ ਘੁੰਮ ਫਿਰ ਕੇ ਅਸੀਂ ਗੁਰੂ ਸਥਾਨਾਂ ਦੇ ਦਰਸ਼ਨ ਕੀਤੇ। ਰਚਿਓ ਪ੍ਰਕਾਸ਼ ਪੁਰ ਗ੍ਰੰਥ ਗੁਰ ਥਿਓ ਹੈ। ਤੇ ਇਹ ਭਾਈ ਗੁਰਪੁਰ ਪ੍ਰਕਾਸ਼ ਫਿਰ ਗ੍ਰੰਥ ਉਸ ਤੋਂ ਬਾਅਦ ਅਸੀਂ ਖੋਜ ਕਰਕੇ ਸਾਰਾ ਰਚਿਆ ਹੈ। ਤੋ ਆਓ ਬਾਕੀ ਹੁਣ ਕੱਲ ਨੂੰ, ਅੱਗੇ ਤਾਂ ਭੂਮਿਕਾ ਆ ਗਈ ਅੱਜ, ਕਿਉਂਕਿ ਜੇ ਇਹ ਨਾ ਸੁਣਦੇ ਤਾਂ ਤੁਹਾਨੂੰ ਗਾਹਾਂ ਗੱਲ ਨਹੀਂ ਸੀ ਬਣਨੀ। ਇਸ ਕਰਕੇ ਹੁਣ ਪਤਾ ਲੱਗ ਗਿਆ ਨਾ ਸਾਰੀ ਗੱਲ ਦਾ। ਕੱਲ ਤੋਂ ਫਿਰ ਅੱਗੇ ਆਰੰਭ ਹੋ ਜਾਊ ਕਥਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।